ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਨਵੀਆਂ ਅਪਡੇਟਸ ਜਿਹੜੀਆਂ ਕਿਸਾਨ ਅੰਦੋਲਨ ਨੂੰ ਲੈ ਕੇ ਆਈਆਂ ਨੇ, ਸਿਆਸਤ ਨੂੰ ਲੈ ਕੇ। ਇਧਰਲੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹ ਬਾਬਾ ਅਮਨ ਸਿੰਘ ਤੋਂ ਖਹਿੜਾ ਛਡਵਾ ਲਿਆ ਗਿਆ, ਕਹਿ ਸਕਦੇ ਹਾਂ ਕਿ ਬਾਬਾ ਮਾਨ ਸਿੰਘ ਜਿਨ੍ਹਾਂ ਦੀ ਸਰਪ੍ਰਸਤੀ ਦੇ ਹੇਠ ਬਾਬਾ ਅਮਨ ਸਿੰਘ ਕਹਿ ਰਿਹਾ ਸੀ ਕਿ ਅਸੀਂ ਕੰਮ ਕਰ ਰਹੇ ਹਾਂ, ਉਹਨਾਂ ਦਾ ਵੀ ਬਿਆਨ ਸਾਹਮਣੇ ਆ ਗਿਆ। ਉਹ ਕਹਿੰਦੇ ਸਾਡਾ ਬਾਬਾ ਅਮਨ ਸਿੰਘ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹਾਲਾਂਕਿ ਬੇਅਦਬੀ ਦੀ ਘਟਨਾ ਦੀ ਉਹ ਨਿਖੇਧੀ ਕਰਦੇ ਨੇ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜੋ ਕੁਝ ਹੋਇਆ। ਤੇ ਦੂਜੇ ਪਾਸੇ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਮਾਮਲੇ ਦੇ ਵਿੱਚ ਇੱਕ ਹੋਰ ਵਿਅਕਤੀ ਨੂੰ ਉੱਥੋਂ ਕਾਬੂ ਕੀਤਾ ਗਿਆ ਨਿਹੰਗਾਂ ਨੇ। ਤੇ ਕਿਹਾ ਜਾ ਰਿਹਾ ਕਿ ਉਹ ਹਰਿਆਣੇ ਦਾ ਨੌਜਵਾਨ ਹੈ, ਉਹਨੇ ਅੰਮ੍ਰਿਤ ਛਕਿਆ ਸੀ ਥੋੜਾ ਚਿਰ ਪਹਿਲਾਂ, ਤੇ ਹੁਣ ਉਹ ਬਾਬਾ ਅਮਨ ਸਿੰਘ ਦੇ ਜਥੇ ਦੇ ਵਿੱਚੋਂ ਹੀ ਉਹਦੀ ਜਿਹੜੀ ਹੈ ਉਹ ਗ੍ਰਿਫਤਾਰੀ ਕਰਕੇ ਉਹਨੂੰ ਉਹ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਹੁਣ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਦੇ ਉਹਨੇ ਡਾਂਗ ਮਾਰੀ, ਉਹ ਤੋਂ ਮੁਰਗਾ ਮੰਗਿਆ ਜਾ ਰਿਹਾ ਸੀ। ਇਹੋ ਜਿਹੇ ਇਲਜ਼ਾਮ ਜਿਹੜੇ ਨੇ ਲਗਾਤਾਰ ਸਾਡੇ ਸਾਰਿਆਂ ਦੇ ਸਾਹਮਣੇ ਨੇ। ਇਸ ਉੱਤੇ ਵੀ ਚਰਚਾ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਇਹ ਨਿਰੋਲ ਕਿਸਾਨੀ ਅੰਦੋਲਨ ਹੈ, ਧਾਰਮਿਕ ਅੰਦੋਲਨ ਦੀ ਰੰਗਤ ਨਾ ਦਿੱਤੀ ਜਾਵੇ। ਇਧਰ ਪੰਜਾਬ ਦੀ ਸਿਆਸਤ 'ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਸਿਆਸੀ ਪੱਤਾ ਉਹਨਾਂ ਨੇ ਖੇਡਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾਣਾ ਹੈ ਜਾਂ ਕਿਸਾਨਾਂ ਦੇ ਮਸਲੇ ਨੂੰ ਕਿੱਦਾਂ ਸੁਲਝਾਇਆ ਜਾਣਾ ਹੈ। ਕਹਿੰਦੇ ਪਿਛਲੇ ਦਰਵਾਜ਼ਿਓਂ ਕਿਸਾਨਾਂ ਦੀ ਮੀਟਿੰਗ ਜਾਂ ਕਹਿ ਲਓ ਕਿ ਗੱਲਾਂ ਬਾਤਾਂ ਸਰਕਾਰ ਦੇ ਨਾਲ ਇਧਰੋਂ ਉਧਰੋਂ ਚੱਲ ਰਹੀਆਂ ਸੀ। ਅਕਸਰ ਹੁੰਦਾ ਜਦੋਂ ਮੀਟਿੰਗਾਂ ਦਾ ਦੌਰ ਰੁਕ ਜਾਵੇ ਤਾਂ ਉਹਦੇ ਵਿਚਾਲੇ ਇਧਰੋਂ ਉਧਰੋਂ ਕੋਈ ਨਾ ਕੋਈ ਸਰਕਾਰ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਗੱਲਬਾਤ ਅੱਗੇ ਚਲਾਉਣਾ ਚਾਹੁੰਦੀ ਹੈ। ਪਰ ਕੈਪਟਨ ਸਾਹਿਬ ਵਿੱਚ ਭੂਮਿਕਾ ਨਿਭਾ ਰਹੇ ਨੇ, ਇਹ ਕਿਤੇ ਨਾ ਕਿਤੇ ਖੜਕਦਾ ਆ। ਲੋਕ ਸਵਾਲ ਪੁੱਛਦੇ ਨੇ ਕਿ ਕੈਪਟਨ ਸਾਹਿਬ ਪਹਿਲਾਂ ਕਿੱਥੇ ਸੀ ਜਦੋਂ ਮੁੱਖ ਮੰਤਰੀ ਸੀ, ਤੇ ਕਿਸਾਨਾਂ ਨੂੰ ਵੀ ਥੋੜਾ ਸਤਰਕ ਰਹਿਣਾ ਪੈਣਾ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਸੁਪਰੀਮ ਕੋਰਟ ਦੀ ਟਿੱਪਣੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੇਖੀ ਜਾਏ? ਸਖਤ ਲਹਿਜ਼ੇ ਦੇ ਵਿੱਚ ਦੇਖੀ ਜਾਏ ਜਾਂ ਫਿਰ ਇਸ ਮਾਮਲੇ ਦੇ ਵਿੱਚ ਸਰਕਾਰ ਕੋਈ ਨਾ ਕੋਈ ਅੱਗੇ ਦੀ ਗੇਮ ਜਿਹੜੀ ਆ ਉਹ ਖੇਡ ਸਕਦੀ ਹੈ ਕਿਸਾਨਾਂ ਨੂੰ ਖਦੇੜਨ ਲਈ? ਜਿਵੇਂ ਟਕੈਤ ਸਾਹਿਬ ਹੋਰਾਂ ਨੇ ਸ਼ਾਇਦ ਗਾਜ਼ੀਪੁਰ ਬਾਰਡਰ ਦੇ ਉੱਤੇ ਉਹਨਾਂ ਨੇ ਉਹ ਥਾਂ ਜਿਹੜਾ ਕਲੀਅਰ ਕਰ ਦਿੱਤਾ। ਦੇਖੋ, ਜਿੱਥੋਂ ਤੱਕ ਸਵਾਲ ਹੈ ਸਰਕਾਰ ਤਾਂ ਇਸ ਪਾਸੇ ਸਾਰੇ ਲੱਗੀ ਹੋਈ ਹੈ ਔਰ ਸਰਕਾਰ ਸੁਪਰੀਮ ਕੋਰਟ ਨੂੰ ਵੀ ਯੂਜ਼ ਕਰ ਰਹੀ ਹੈ। ਸੁਪਰੀਮ ਕੋਰਟ ਵੀ ਨਹੀਂ ਜੀ, ਇੰਨਾ ਦੇਰ ਨਹੀਂ ਤੁਸੀਂ ਰਹਿ ਸਕਦੇ। ਸੁਪਰੀਮ ਕੋਰਟ ਇਹ ਜਵਾਬ ਨਹੀਂ ਮਾਨਯੋਗ ਸੁਪਰੀਮ ਕੋਰਟ ਦੇ ਰਹੀ ਵੀ ਇੰਨਾ ਦੇਰ ਤੋਂ ਤੁਹਾਡੇ ਕੋਲ ਪੈਂਡਿੰਗ ਪਟੀਸ਼ਨ, ਉਹ ਤਾਂ ਪੈਂਡਿੰਗ ਪਿਆ, ਉਹ ਤਾਂ ਰਹਿ ਸਕਦਾ ਹੈ। ਸਰਕਾਰ ਚੁੱਪ ਰਹਿ ਸਕਦੀ ਹੈ, ਗੱਲਬਾਤ ਵੀ ਨਹੀਂ ਕਰਦੀ ਬਾਰ-ਬਾਰ ਕਹਿਣ 'ਤੇ ਵੀ। ਅਤੇ ਤੁਸੀਂ ਕਹਿੰਦੇ ਹੋ ਬਸ ਇਹ ਸੜਕਾਂ ਰੋਕੀਆਂ ਕਿਹਨੇ ਨੇ, ਇਹ ਨਹੀਂ ਦੇਖਦੇ। ਮੈਂ ਅੱਜ ਤਕਰੀਬਨ 100 ਬੰਦੇ ਨੇ ਉਹ ਦੇਖ ਲਈ। ਮੈਂ ਕਾਫੀ ਨੂੰ 150 ਨੂੰ ਭੇਜੀ ਸੀ ਕਿਸੇ ਦੀ ਅਪੀਲ ਕਿ ਵੀ ਮਾਨਯੋਗ ਜੱਜ ਸਾਹਿਬਾਨ, ਤੁਹਾਡੇ ਕੋਲ ਬੜੀਆਂ ਪਾਵਰਾਂ ਨੇ, ਕਿਤੇ ਅੰਦੋਲਨ 'ਤੇ ਕੋਈ ਉਹੋ ਜਿਹਾ ਫੈਸਲਾ ਨਾ ਲੈ ਲਿਓ, ਸਾਰਾ ਦੇਸ਼ ਨਾ ਤਬਾਹ ਹੋ ਜਾਏ, ਖਾਸ ਕਰਕੇ ਉੱਤਰੀ ਭਾਰਤ। ਇਹ ਤਬਾਹ ਹੋਣ ਵਾਲੀ ਗੱਲ ਹੀ ਹੈ। ਸੋ ਉਹ ਜਿਹੜੀਆਂ ਟਿੱਪਣੀਆਂ ਨੇ ਵੀ ਸਿਰਫ ਇੱਕ ਬੰਦੇ ਨੇ, ਬੀਬੀ ਨੇ ਪਾਤਾ ਪਟੀਸ਼ਨ, ਉਹਦੇ ਉੱਤੇ ਮੈਨੂੰ ਲੱਗਦਾ ਹੈ ਵੀ ਮਾਨਯੋਗ ਸੁਪਰੀਮ ਕੋਰਟ ਕੋਈ ਜ਼ਿਆਦਾ ਹੀ ਸਖਤੀ ਕਰ ਰਹੀ ਹੈ। ਇਹ ਚੰਗੀ ਗੱਲ ਨਹੀਂ। ਪਰ ਇੱਕ ਮੈਨੂੰ ਹੋਰ ਗੱਲ ਮੈਂ ਕਹਿਣ ਨੂੰ ਤਿਆਰ ਹਾਂ, ਜਿਹੜੀ ਸਰਕਾਰ ਨੇ ਚਾਲ ਚੱਲੀ ਸੀ ਉਹ ਫੇਲ ਹੋਈ ਹੈ, ਕਿਉਂਕਿ ਹੁਣ ਇਹ ਲੰਬੀ ਪੇਸ਼ੀ ਪੈ ਗਈ ਹੈ ਤੇ ਕਿਸਾਨਾਂ ਨੂੰ ਨੋਟਿਸ ਬੇਸ਼ੱਕ ਦਿੱਤਾ ਹੋਇਆ ਸੀ ਪਹਿਲਾਂ ਵੀ। ਤੇ ਜੇ ਕਿਤੇ ਆਹ ਵੀਡੀਓ ਵਗੈਰਾ ਸਾਹਮਣੇ ਨਾ ਆਉਂਦੇ, ਜਿਹੜੀ ਸਿੰਘੂ ਬਾਰਡਰ ਦੀ ਘਟਨਾ ਹੈ, ਇਹਨੂੰ ਇਸ ਪੇਸ਼ੀ ਨਾਲ ਦੇਖ ਕੇ ਜੋੜਨਾ ਚਾਹੀਦਾ। ਇਹ ਸੀ ਕਿ ਸਰਕਾਰ ਨੇ ਉੱਥੇ ਕਹਿਣਾ ਸੀ ਦੇਖੋ ਜੀ, ਤਾਂ ਕਿਉਂਕਿ ਉਡਾਤੀ ਪੂਰੀ ਦੁਨੀਆ 'ਚ ਉਡਾਤੀ ਵੀ ਤਾਂ ਕਾਤਲ ਨੇ ਜੀ, ਇਹ ਤਾਂ ਇਹ ਤਸੀਹੇ ਦੇ ਕੇ ਮਾਰ ਦਿੰਦੇ ਨੇ। ਉਹ ਤਾਂ ਉਲਟਾ ਪੈ ਗਿਆ, ਉਹ ਦਿਖ ਗਿਆ। ਜੇ ਕਿਤੇ ਉਹ ਸਾਰਾ ਕੁਝ ਨਾ ਸਾਹਮਣੇ ਆਉਂਦਾ ਜੋ ਕੁਛ ਆਇਆ, ਜੇ ਅਮਨ ਸਿੰਘ ਦਾ ਸਾਰਾ ਜਿਹੜਾ ਹੈਗਾ ਉਹਦੀ ਮੇਲ, ਉਹਦਾ ਤੋਮਰ ਨਾਲ, ਖੇਤੀਬਾੜੀ ਮੰਤਰੀ ਨਾਲ, ਜਿਹੜਾ ਕਾਨੂੰਨਾਂ ਬਾਰੇ ਗੱਲ ਕਰਦਾ ਰਿਹਾ ਆਪਣਾ ਕਿਸਾਨ ਜਥੇਬੰਦੀਆਂ ਨਾਲ, ਜੇ ਉਹਦਾ ਸਾਰਾ ਉਹ ਚਿਹਰਾ ਮੋਹਰਾ ਸਾਹਮਣੇ ਨਾ ਆਉਂਦਾ, ਇਹ ਤਾਂ ਸੁਪਰੀਮ ਕੋਰਟ ਨੇ ਅੱਜ ਹੀ ਐਡਵਰਸ ਆਰਡਰ ਕਰਨਾ ਸੀ। ਬਿਲਕੁਲ। ਸੋ ਇਹ ਆਰਡਰ ਉਸ ਤਰੀਕੇ ਨਾਲ ਬਚਿਆ ਤੇ ਉਹਦੇ ਉੱਤੇ ਹੁਣ ਸਿੰਘੂ ਬਾਰਡਰ ਤੇ ਇਹ ਕਿਸਾਨ ਕਰ ਰਹੇ ਨੇ ਵੀ ਇਕੱਠ ਜ਼ਿਆਦਾ ਕਰ ਲਓ, ਉੱਥੇ ਹੋਰ ਕਰੋ, ਸਾਰੇ ਛੱਡ ਕੇ ਆਓ। ਤੇ ਜਿਹੜੀ ਮੈਨੂੰ ਲੱਗਦਾ ਵੀ ਜਿਹੜੀ ਇਹਨਾਂ ਨੇ ਆਪਦੀ ਉਹ ਮਹਾਪੰਚਾਇਤ ਵੀ ਪੋਸਟਪੋਨ ਕਰੀ ਹੈ, ਉਹ ਵੀ ਇਸੇ ਐਂਗਲ ਤੋਂ ਕਰੀ ਹੈ ਵੀ ਇੱਕ ਪਾਸੇ ਤਾਂ ਮੀਂਹ ਮੂੰਹ ਵੀ ਪੈ ਰਹੇ ਨੇ, ਇਹ ਤਾਂ ਸਭ ਨੂੰ ਹੀ ਪਤਾ ਵੀ ਮੌਸਮ ਤਾਂ ਖਰਾਬ ਹੀ ਹੈ, ਤੇ ਦੂਜੀ ਗੱਲ ਜੀਰੀ ਦਾ ਹੁਣ ਮੌਸਮ ਹੈ ਤੇ ਉਹਦੇ ਵਿੱਚ ਲੋਕ ਰੁੱਝੇ ਵੀ ਹੋਏ ਨੇ। ਸੋ ਕਈ ਗੱਲਾਂ ਨੂੰ ਸੋਚ ਕੇ ਉਹਨਾਂ ਨੇ ਇਹ ਚੰਗਾ ਫੈਸਲਾ ਲਿਆ ਮੇਰੇ ਹਿਸਾਬ ਨਾਲ। ਜਿਵੇਂ ਪਾਰਲੀਮੈਂਟ ਦਾ ਮਾਰਚ ਪੋਸਟਪੋਨ ਕਰਨ ਦਾ ਲਿਆ ਸੀ, ਉਸ ਤੋਂ ਬਾਅਦ ਉਹਨੂੰ ਰੰਗਤ ਹੋਰ ਦੇ ਕੇ ਵਧੀਆ ਤਰੀਕੇ ਨਾਲ ਪ੍ਰੋਜੈਕਟ ਕਰ ਗਏ ਸੀ ਕਿਸਾਨ ਲੀਡਰਸ਼ਿਪ। ਸੋ ਕਿਸਾਨ ਲੀਡਰਸ਼ਿਪ ਕਾਫੀ ਗੰਭੀਰਤਾ ਨਾਲ, ਸੋਚ ਨਾਲ ਲੈ ਰਹੀ ਹੈ ਫੈਸਲੇ, ਤੇ ਜਦ ਤੱਕ ਉਹ ਅਗਲੀ ਪੇਸ਼ੀ ਆਉਣੀ ਆ ਉਦੋਂ ਤੱਕ ਸ਼ਾਇਦ ਕੋਈ ਵੱਡਾ ਇਕੱਠ ਤੇ ਹੋਰ ਸਾਰਾ ਕੁਝ ਹੋ ਕੇ ਸੁਪਰੀਮ ਕੋਰਟ ਨੂੰ ਵੀ ਇਹ ਗੱਲ ਸਾਹਮਣੇ ਆਊਗੀ ਵੀ ਤੁਸੀਂ ਦੱਸੋ ਅਲਟਰਨੇਟਿਵ ਕੀ ਹੈ।
ਬਿਲਕੁਲ ਤੇ ਇਹਦੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਜੀ ਇੱਕ ਹੋਰ ਗੱਲ ਮੈਂ ਜੋੜ ਦਿਆਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਉਹ ਤਸਵੀਰ ਹੈ ਉਹਦਾ ਵੀ ਨੋਟਿਸ ਲਿਆ ਹੈ ਬਾਬਾ ਅਮਨ ਸਿੰਘ ਦੇ ਨਾਲ। ਉਹ ਕਹਿੰਦੇ ਅਸਤੀਫਾ ਦੇਣਾ ਚਾਹੀਦਾ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮੈਂ ਤੇ ਇੱਕ ਹੋਰ ਮੰਤਰੀ ਨਾਲ ਸੀ। ਹਾਂ ਬਿਲਕੁਲ ਠੀਕ ਹੈ, ਉਹਨਾਂ ਨੇ ਇਹ ਨੋਟਿਸ ਲਿਆ। ਤੇ ਪਰ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੂੰ ਜਿਹੜੀ ਦੇਖਣ ਦੀ ਇਹ ਲੋੜ ਹੈ, ਵੱਡੀ ਲੋੜ ਜਿਹੜੀ ਦੇਖਣ ਦੀ ਹੈ ਵੀ ਕੀ ਤੁਸੀਂ ਇੱਕ ਦਾ ਮਸਲਾ ਹੱਲ ਕਰਨਾ ਚਾਹੁੰਦੇ, ਉਹਦਾ ਮੰਨ ਲਿਆ ਵੀ ਉਹਦਾ ਰਸਤਾ ਰੁਕਿਆ ਹੋਇਆ ਹੈ। ਤੇ ਜਿੱਦਾਂ ਇੱਥੇ ਹਾਈ ਕੋਰਟ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਦੀ ਬੇਲ ਰੁਕੀ ਪਈ ਸੀ, ਅੰਦਰ ਬੈਠੇ ਸੀ ਇੰਨੇ ਦਿਨ, ਇੱਥੇ ਵਕੀਲਾਂ ਨੇ ਬੰਦ ਕਰੀ ਰੱਖੀ ਹਾਈ ਕੋਰਟ। ਉਹਦੇ ਮਾਨਯੋਗ ਸੁਪਰੀਮ ਕੋਰਟ ਨੇ ਨਹੀਂ ਕਿਹਾ ਵੀ ਨਿਆਂ ਅਦਾਲਤਾਂ ਤਾਂ ਯਾਰ ਇੱਕ ਦਿਨ ਵੀ ਬੰਦ ਨਹੀਂ ਹੋ ਸਕਦੀਆਂ, ਇਹ ਤਾਂ ਮਾੜੀ ਗੱਲ ਹੈ। ਤੇ ਇਦਾਂ ਹੀ ਮਾਨਯੋਗ ਸੁਪਰੀਮ ਕੋਰਟ ਨੂੰ ਚਾਹੀਦਾ ਵੀ ਇਹ ਦੇਖਣ ਵੀ ਲੱਖਾਂ ਲੋਕ ਬੈਠੇ ਨੇ, ਸੜਕਾਂ ਰੋਕੀਆਂ ਨੇ ਸਰਕਾਰ ਨੇ, ਉਹ ਆ ਕੇ ਨਿਕਲ ਕੇ ਬਾਹਰ ਦੇਖ ਤਾਂ ਲੈਣ ਵੀ ਸਰਕਾਰ ਸੜਕਾਂ ਕਿਹਨੇ ਰੋਕੀਆਂ ਨੇ, ਰਸਤਾ ਕਿਹਨੇ ਰੋਕਿਆ। ਫਿਰ ਤਾਂ ਜਿਹੜਾ ਮਰਜ਼ੀ ਜਾ ਕੇ ਉੱਥੇ ਝੂਠ ਤੂਫਾਨ ਬੋਲੀ ਜਾਵੇ। ਜੇ ਸਿਰਫ ਉੱਥੇ ਬੈਠੇ ਜੱਜ ਸਾਹਿਬਾਨ ਨੇ ਉੱਥੇ ਜੋ ਕੁਝ ਬੋਲਤਾ ਉਹਦੇ ਆਧਾਰ 'ਤੇ ਹੀ ਕਰਨਾ ਹੈ। ਜੇ ਕਿਸਾਨ ਕਹਿੰਦੇ ਨੇ ਕਿ ਜੀ ਨਾ ਅਸੀਂ ਪਟੀਸ਼ਨਰ, ਨਾ ਅਸੀਂ ਆਉਣਾ, ਕਿਸੇ ਹੋਰ ਜਥੇਬੰਦੀ ਨੇ ਪਾਇਆ, ਇੱਕ ਬੀਬੀ ਨੇ ਪਟੀਸ਼ਨ ਪਾਇਆ ਕਿ ਜੀ ਮੇਰਾ ਰਸਤਾ, ਉਹਦੇ ਵਾਸਤੇ ਕਹਿ ਦੇਣ, ਸਰਕਾਰ ਨੂੰ ਹੁਕਮ ਕਰ ਦੇਣ ਵੀ ਇਹਨੂੰ ਐਂ ਤੁਸੀਂ ਪਹੁੰਚਾਇਆ ਕਰੋ। ਇਹਦੀ ਬਜਾਏ ਕਿ ਤੁਸੀਂ अन्य ਲੱਖਾਂ ਲੋਕਾਂ ਨੂੰ ਕਰੋਗੇ। ਫਿਰ ਕੀ ਹੁੰਦਾ ਹੈ, ਜਦ ਇਦਾਂ ਦੇ ਫੈਸਲੇ ਕੋਰਟਾਂ ਦੇਣ ਲੱਗ ਜਾਂਦੀਆਂ ਨੇ, ਅੰਗਰੇਜ਼ ਦੀਆਂ ਕੋਰਟਾਂ ਦੇਣ ਲੱਗ ਗਈਆਂ ਸੀ, ਬਥੇਰਿਆਂ ਨੂੰ ਫਾਂਸੀਆਂ ਦਿੱਤੀਆਂ ਸੀ, ਪਰ ਉਹਨਾਂ ਕੋਰਟਾਂ ਦਾ ਫਿਰ ਮਾਣ ਆਦਰ ਜਿਹੜਾ ਉੱਡਾ ਵੱਡਾ ਨਹੀਂ ਰਹਿੰਦਾ। ਸੁਪਰੀਮ ਕੋਰਟ ਨੇ ਪਿਛਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦਾ ਮਾਣ ਆਦਰ ਵਧਿਆ, ਇਹ 'ਚ ਕੋਈ ਸ਼ੱਕ ਨਹੀਂ। ਕਿਸੇ ਅੱਜ ਤੋਂ 6-8 ਮਹੀਨੇ ਪਹਿਲਾਂ ਸੁਪਰੀਮ ਕੋਰਟ ਦਾ ਮਾਣ ਆਦਰ ਬਹੁਤ ਘੱਟ ਰਿਹਾ ਸੀ ਲੋਕਾਂ ਦੀਆਂ ਨਜ਼ਰਾਂ 'ਚ, ਉਹ ਥੋੜ੍ਹਾ ਵਧਿਆ ਸੀ। ਤੇ ਜੇ ਇਸ ਤਰ੍ਹਾਂ ਦੇ ਫੈਸਲੇ ਫਿਰ ਵੀ ਆਉਣ ਲੱਗੇ, ਜਿਹੜਾ ਬੈਂਚ ਇਹ ਕਰ ਰਿਹਾ, ਸਾਰੀ ਸੁਪਰੀਮ ਕੋਰਟ ਤਾਂ ਇਸ ਤਰ੍ਹਾਂ ਹੈ ਨਹੀਂ। ਉਹਦੇ ਉਲਟ ਚੀਫ ਜਸਟਿਸ ਸਾਹਿਬ ਨੇ ਕੱਲ੍ਹ ਜਿਹੜਾ ਲਖੀਮਪੁਰ ਖੇੜੀ ਵਾਲਾ ਹੈ ਉਹਦੇ ਉੱਤੇ ਸਰਕਾਰ ਨੂੰ ਸਖਤੀ ਨਾਲ ਪੁੱਛਿਆ ਵੀ ਹੈ। ਸੋ ਇਹ ਜਿਹੜੇ ਇਹੋ ਜਿਹੇ ਫੈਸਲੇ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਹੁਣ ਤਾਂ ਚਲੋ ਏਡਾ ਵੱਡਾ ਕਿਸਾਨ ਅੰਦੋਲਨ ਹੈ, ਉਹ ਪ੍ਰਸ਼ਾਂਤ ਭੂਸ਼ਣ ਬਾਰੇ ਜਿਹੋ ਜਿਹਾ ਫੈਸਲਾ ਕਰੇ ਸੀ ਸੁਪਰੀਮ ਕੋਰਟ ਨੇ, ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਸੋ ਇਸ ਕਰਕੇ ਇਹ ਸਾਨੂੰ ਮਾਨਯੋਗ ਸੁਪਰੀਮ ਕੋਰਟ ਨੇ ਤੇ ਕਾਫੀ ਧਿਆਨ ਦੇਣ ਦੀ ਲੋੜ ਹੈ। ਇਹ ਕੋਈ ਇੰਨੀ ਸਿੰਪਲ ਗੱਲ ਨਹੀਂ ਹੈ ਕਿ ਤੁਸੀਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਜਿਹੜੀ ਜਾ ਰਹੀ ਹੈ, ਜਿਹੜਾ ਸੰਵਿਧਾਨ ਦੇ ਵਿੱਚ ਕਾਨੂੰਨ ਨਹੀਂ, ਜਿਹੜਾ ਸੰਵਿਧਾਨ 'ਚ ਮਨਾ ਕਰਤਾ ਕਿ ਤੁਸੀਂ ਇਹ ਕਾਨੂੰਨ ਨਹੀਂ ਬਣਾ ਸਕਦੇ, ਉਸੇ ਦੇ ਅੰਦਰੋਂ ਬਣਾ ਕੇ ਹੁਣ ਬਹਾਨਾ ਲਾ ਰਹੇ ਨੇ ਵੀ ਨਹੀਂ ਜੀ ਅਸੀਂ ਇੱਧਰ ਬਣਾਇਆ। ਸੋ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਦੇਖ ਲੈਣਾ ਚਾਹੀਦਾ। ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਮੇਰੇ ਹਿਸਾਬ ਨਾਲ ਲੀਡਰਸ਼ਿਪ ਸਿਆਣਪ ਨਾਲ ਕੰਮ ਕਰ ਰਹੀ ਹੈ। ਬਾਕੀ ਮਤਭੇਦ ਤਾਂ 100 ਜਗ੍ਹਾ ਤੇ ਹੁੰਦੀ ਨੇ, ਹੋਣੇ ਵੀ ਚਾਹੀਦੇ ਨੇ। ਤੇ ਉਹਨਾਂ ਨੇ ਜਿਹੜੇ ਇਹ ਵੀ ਮੰਗ ਕਰੀ, ਇਹ ਵੀ ਠੀਕ ਆ ਮੰਗ। ਹੁਣ ਉਹਨਾਂ ਨੇ ਨਿਆਇਕ ਜਾਂਚ ਮੰਗ ਕਰ ਲਈ, ਪਹਿਲਾਂ ਨਹੀਂ ਕਰੀ ਸੀ। 2-3 ਵਾਰੀ ਆਪਾਂ ਸ਼ਾਇਦ ਤੁਹਾਡੇ ਮੈਂ ਇਸ ਤੇ ਵੀ ਕਿਹਾ ਸੀ ਵੀ ਇਹ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਪਹਿਲੇ ਦਿਨ ਹੀ, ਕਿਉਂਕਿ ਨਿਆਇਕ ਜਾਂਚ ਤੋਂ ਬਿਨਾਂ ਜਿਹੜੀ ਗੁੱਥੀ ਨਹੀਂ ਸੁਲਝ ਸਕਦੀ। ਹੁਣ ਉਹਨਾਂ ਨੇ ਮੰਗੀ ਹੈ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੀ ਅਧਿਕਸ਼ਤਾ ਦੇ ਵਿੱਚ ਜਾਂਚ ਕਰਾਈ ਜਾਵੇ। ਇਹ ਬੜੀ ਵਧੀਆ ਗੱਲ ਕਰੀ ਹੈ। ਦੂਜੀ ਗੱਲ ਉਹਨਾਂ ਨੇ ਇਹ ਕਰੀ ਹੈ ਕਿ ਵੀ ਕਿਉਂਕਿ ਨਰਿੰਦਰ ਤੋਮਰ ਦੀ ਫੋਟੋ ਆਈ ਹੈ, ਉਹਦੇ ਰਾਜ ਮੰਤਰੀ ਦੀ ਫੋਟੋ ਆਈ ਹੈ, ਡਿਪਟੀ ਮੰਤਰੀ ਦੀ, ਇਹ ਦੋਹਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ, ਇਹਨਾਂ ਦਾ ਰੈਜ਼ਿਗਨੇਸ਼ਨ ਲੈਣਾ ਚਾਹੀਦਾ। ਐਡੀ ਵੱਡੀ ਕਾਨੂੰਨੀ ਘਟਨਾ ਕਰਵਾਈ ਹੋਈ ਇਹਨਾਂ ਨੇ। ਕਿਉਂਕਿ ਦੇਖੋ, ਇੱਕ ਹੁੰਦਾ ਵੈਟਮੈਨ ਟੂ ਕ੍ਰਾਈਮ ਕਹਿੰਦੇ ਨੇ ਵੀ ਉਕਸਾਉਣਾ ਕਿਸੇ ਨੂੰ, ਇਹ ਉਕਸਾਇਆ ਇਹਨਾਂ ਨੇ, ਬਲਕਿ ਮੈਂ ਤਾਂ ਕਹਾਂਗਾ ਪਲਾਨ ਹੀ ਇਹਨਾਂ ਨੇ ਕਰਾਇਆ। ਕਿਉਂਕਿ ਜਿਹੜੀ ਸਾਰੀਆਂ ਕੜੀਆਂ ਜੇ ਜੋੜ ਕੇ ਦੇਖੀਏ, ਇੱਕ ਪਾਸੇ ਕਹਿੰਦੇ ਜੀ ਕੋਈ ਸੰਧੂ ਨਾਮ ਦਾ ਵਿਅਕਤੀ ਫੋਨ ਕਰਦਾ ਹੁੰਦਾ, ਤੇ ਦੂਜੇ ਪਾਸੇ ਇਹ ਵੀ ਆ ਰਿਹਾ ਵੀ ਜਿਹੜਾ ਗੁਰਮੀਤ ਸਿੰਘ ਪਿੰਕੀ ਹੈ ਉਹੀ ਸੰਧੂ ਹੈ, ਉਹ ਗੁਰਮੀਤ ਸਿੰਘ ਸੰਧੂ ਹੈ, ਜਿਹਨੂੰ ਪਿੰਕੀ ਕਹਿੰਦੇ ਨੇ ਉਹ ਸੰਧੂ ਹੈ। ਫਿਰ ਜੇ ਉਹੀ ਸੰਧੂ ਹੈ ਤੇ ਉਹੀ ਉੱਥੇ ਖੜਾ ਹੈ ਵਿੱਚ। ਫਿਰ ਜਿਹੜਾ ਗੁਰਮੀਤ ਸਿੰਘ ਸੰਧੂ ਦਾ ਬਿਆਨ ਹੈ ਜਾਂ ਗੁਰਮੀਤ ਸਿੰਘ ਪਿੰਕੀ ਦਾ ਬਿਆਨ ਹੈ, ਜੋ ਉਹ ਕਹਿੰਦਾ ਹੈ, ਜੋ ਬਾਬਾ ਅਮਨ ਸਿੰਘ ਕਹਿੰਦੇ ਨੇ, ਇਹ ਦੋਹਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਉਹ ਕਹਿੰਦੇ ਜੀ ਅਸੀਂ ਤਾਂ ਪੈਸੇ ਵੀ ਛੱਡੇ, ਪਿੱਛੇ ਆਪਾਂ ਗੱਲ ਵੀ ਕਰੀ ਸੀ, ਅਸੀਂ ਤਾਂ ਆਹ ਵੀ ਕਰਿਆ, ਉਹ ਵੀ ਕਰਿਆ, ਵੀ ਚੰਡੀਗੜ੍ਹ 'ਚ ਮਿਲੇ, ਫਲਾਣਾ ਹੋਇਆ। ਤੇ ਪਿੰਕੀ ਕਹਿ ਰਿਹਾ ਵੀ ਮੈਂ ਤਾਂ ਇਹਨੂੰ ਪਹਿਲਾਂ ਤੋਂ ਜਾਣਦਾ ਸੀ, ਬਾਬਾ ਅਮਨ ਸਿੰਘ ਨੂੰ, ਅਸੀਂ ਜੇਲ੍ਹ 'ਚ ਇਕੱਠੇ ਸੀ। ਉਧਰੋਂ ਇਹ ਆ ਗਏ, ਡਾਕੂਮੈਂਟਰੀ ਪ੍ਰੂਫ ਆ ਗਿਆ ਆਲਮੋਸਟ ਵੀ ਇਹ ਤਾਂ ਜੇਲ੍ਹ 'ਚ ਕਦੇ ਇਕੱਠੇ ਹੀ ਨਹੀਂ ਹੋਏ। ਇਹ ਠੀਕ ਹੈ, ਅਮਨ ਨੂੰ ਜੇਲ੍ਹ ਰਹੀ ਹੈ ਕੱਚੀ, ਕਿਉਂਕਿ ਇੱਥੇ ਪਟਿਆਲੇ 'ਚ ਕਤਲ ਹੋਏ ਸੀ ਜਿਹੜੇ, ਜਦ ਬਾਬਾ ਬਲਵੀਰ ਸਿੰਘ ਉਹਦਾ ਨਾਲ ਜਿਹਨਾਂ ਨੇ ਇਹ ਕਰਿਆ, ਇਹਨਾਂ ਨੇ ਉਹਦੇ ਉੱਤੇ ਜਿਹੜਾ ਕਤਲ ਹੋਏ ਨੇ, ਇਹੀ ਬੁੱਢਾ ਦਲ ਦੇ ਆਪਸੀ 2 ਗਰੁੱਪਾਂ ਦੀ ਲੜਾਈ 'ਚ, ਉਹਦੇ ਵਿੱਚ ਅਮਨ ਸਿੰਘ ਦਾ ਭੂਮਿਕਾ ਸੀਗੀ ਤੇ ਉਹ ਬਰੀ ਹੋ ਗਏ, ਜਾਣੀ ਕਿ ਉਹ ਵਿੱਚ ਅਰੈਸਟ ਹੋਏ ਸੀ, ਉਹਨਾਂ ਦਾ ਕੇਸ ਤੇ ਨਾਂ ਸੀਗਾ, ਉਹ ਬਰੀ ਹੋ ਗਏ, ਕਈਆਂ ਨੂੰ ਸਜ਼ਾ ਵੀ ਹੋਈ ਆ ਉਮਰ ਕੈਦ ਦੀ। ਦੂਜੇ ਉਹਦੇ ਉੱਤੇ ਇਹ ਵੀ ਸਾਹਮਣੇ ਆ ਗਿਆ ਵੀ ਉਹਦੇ ਉੱਤੇ ਤਾਂ ਕੇਸ ਬਣਿਆ ਹੋਇਆ ਗਾਂਜੇ ਦਾ, ਤੇ ਬਰਨਾਲੇ ਦੇ ਵਿੱਚ ਮਹਿਲ ਕਲਾਂ ਦੇ ਵਿੱਚ। ਸੋ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਗਈਆਂ। ਇਹ ਜਿਹੜੀਆਂ ਸਾਰੇ ਸਾਹਮਣੇ ਆ ਗਈਆਂ, ਪਿੰਕੀ ਦਾ ਉਹਦੇ ਨਾਲ ਹੋਣਾ, ਫਿਰ ਉਹ ਆ ਗਿਆ ਵੀ ਇਹਦਾ ਤਾਂ ਕੋਈ ਮੇਲ ਨਹੀਂ ਸੀ। ਇਸ ਤੋਂ ਅੱਗੇ ਕੀ ਕਹਿੰਦਾ ਪਿੰਕੀ? ਕਹਿੰਦਾ ਮੈਂ ਤਾਂ ਆਪਦੇ ਕੰਮ ਜਾ ਰਿਹਾ ਸੀ ਤੇ ਉਹਨੂੰ ਜਿਹੜਾ ਸੁਖਚਰਨ ਸਿੰਘ ਕੇ ਜੋ ਗਰੇਵਾਲ ਹੈ, ਬੀਜੇਪੀ ਦਾ ਨੇਤਾ, ਉਸ ਨੂੰ ਨਾਲ ਲੈ ਕੇ ਕੰਮ ਕਰਾਉਣਾ ਸੀ ਆਪਦਾ।
ਉਹ ਕਿਹੋ ਜਿਹਾ ਕੰਮ ਸੀ ਉਹ ਤਾਂ ਉਹੀ ਜਾਣਦੇ ਨੇ। ਪਰ ਜੇ ਉਹ ਕੰਮ ਕਰਾਉਂਦੇ ਕਰਾਉਂਦੇ ਕਹਿੰਦੇ ਅਸੀਂ ਇੱਥੋਂ ਮੋਰਚੇ ਤੋਂ ਇਹ ਸਾਨੂੰ ਮਿਲ ਗਿਆ, ਅਮਨ ਨੂੰ ਅਸੀਂ ਜਾਣਦੇ ਸੀ, ਅਸੀਂ ਨਾਲ ਲੈ ਲਿਆ। ਜੇ ਅਮਨ ਸਿੰਘ ਇਹਨਾਂ ਨੂੰ ਮੋਰਚੇ ਤੋਂ ਅਚਾਨਕ ਮਿਲਿਆ ਸੀ ਤੇ ਅਚਾਨਕ ਨਾਲ ਜਾਂਦਾ, ਫਿਰ ਉਹਨੂੰ ਸਰੂਪਾ ਕਿਵੇਂ ਮਿਲ ਗਿਆ? ਅਚਾਨਕ ਬੰਦਾ ਕਿਵੇਂ ਉੱਥੇ ਗਿਆ? ਫਿਰ ਉਹ ਕਹਿੰਦੇ ਨੇ ਅਸੀਂ 5-6 ਬੰਦੇ ਗਏ ਸੀ, ਇਹ ਕਹਿੰਦਾ ਇਕੱਲਾ ਗਿਆ ਸੀ। ਇਹ ਦੋਹਾਂ 'ਚ ਫਰਕ ਹੈ। ਫਿਰ ਇਸ ਤੋਂ ਅੱਗੇ ਉੱਥੇ ਵੀ ਉਹ ਜਿਹੜਾ ਡਿਪਟੀ ਮੰਤਰੀ ਹੈ, 2 MP ਬੈਠੇ ਨੇ ਇਸੇ ਰਾਜਸਥਾਨ ਦੇ, ਤੇ ਉਹ ਆਪ ਹੈ ਨਰਿੰਦਰ ਤੋਮਰ ਸਾਹਿਬ, ਤੇ ਉਹ ਇੰਨੇ ਬੰਦਿਆਂ ਦੇ ਸਾਹਮਣੇ ਉੱਥੇ ਐਨ ਹੈੱਡ ਚੇਅਰ ਤੇ ਬਿਠਾ ਕੇ, ਇਹ ਪ੍ਰੋਟੋਕੋਲ ਹੈ ਵੀ ਜਿਹੜਾ ਬੰਦਾ ਖਾਣਾ ਖਿਲਾਉਣ ਵਾਲਾ ਜਾਂ ਜਿਹੜਾ ਚੀਫ ਵੱਡਾ ਗੈਸਟ ਹੈ, ਉਹ ਐ ਸਾਈਡਾਂ ਵਾਲੀ ਕੁਰਸੀ ਜਿਹੜੀ ਹੁੰਦੀ ਆਪਣੀ ਉਹਨਾਂ ਤੇ ਬਹਿੰਦੇ ਨੇ, ਬਾਕੀ ਐ ਲੰਬੀ ਲਾਈਨ 'ਚ ਬਹਿੰਦੇ ਨੇ। ਉਦੋਂ ਇੱਕ ਇੱਕ ਕੁਰਸੀ ਹੁੰਦੀ ਹੈ, ਉਹ ਇੱਕ ਦੂਜੇ ਸਾਹਮਣੇ ਬਹਿੰਦੇ ਨੇ। ਤੇ ਉਹ ਫਿਰ ਬਾਬਾ ਅਮਨ ਸਿੰਘ ਤਾਂ ਸਾਹਮਣੇ ਬੈਠੇ ਨਾ ਕੁਰਸੀ ਤੇ, ਉਹ ਤਾਂ ਡਾਈਨਿੰਗ ਟੇਬਲ ਦਾ ਸਾਹਮਣੇ ਦਿਖਦਾ ਸਾਰਾ ਦ੍ਰਿਸ਼। ਫਿਰ ਉਹਨੂੰ ਸਰੋਪਾ ਦਿੱਤਾ ਜਾ ਰਿਹਾ। ਉਹ ਇਹ ਗੱਲਾਂ ਅਚਾਨਕ ਗਏ ਨਾਲ ਤਾਂ ਹੋ ਨਹੀਂ ਸਕਦੀਆਂ। ਕੋਈ ਬੰਦਾ ਅਚਾਨਕ ਕਿਸੇ ਦੇ ਨਾਲ ਚਲਾ ਗਿਆ, ਪਹਿਲੀ ਗੱਲ ਤਾਂ ਜਾਣ ਦਾ ਮਤਲਬ ਵੀ ਕੋਈ ਨਹੀਂ ਸੀ। ਉਹ ਮੰਤਰੀ ਨੂੰ ਮਿਲਣ ਜਾ ਰਹੇ ਨੇ, ਕਿਉਂ ਗਏ ਸੀ ਮੰਤਰੀ ਨੂੰ ਮਿਲਣ? ਵੀ ਇਹਨਾਂ ਨੇ ਕੀ ਲੈਣਾ ਮੰਤਰੀ ਤੋਂ, ਇਹਨਾਂ ਦਾ ਕੀ ਭੂੰਕ ਹੈ? ਫਿਰ ਉਹ ਸਰੋਪੇ। ਫਿਰ ਉਸ ਤੋਂ ਬਾਅਦ ਆ ਸਾਰੀ ਘਟਨਾ ਜੋ ਹੋਈ ਹੈ, ਇਸ ਘਟਨਾ ਦੇ ਵਿੱਚ ਜੋ ਕੁਛ ਉਹਨਾਂ ਦਾ ਬਿਆਨ ਹੈ, ਆਪ ਹੀ ਬਾਬਾ ਅਮਨ ਸਿੰਘ ਹੀ ਗ੍ਰੰਥ ਦਿਖਾ ਰਹੇ ਨੇ ਵੀ ਸਰ ਲੋ ਗ੍ਰੰਥ, ਪੋਥੀ ਕੱਢ ਕੇ ਤੁਸੀਂ ਦੇਖਿਆ ਹੋਣਾ ਵੀਡੀਓ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ, ਇਹ ਬਹੁਤ ਵੱਡੇ ਸ਼ੰਕੇ ਪੈਦਾ ਕਰਦੀਆਂ ਨੇ। ਇਹ ਹੋਇਆ ਵੀ ਇਸੇ ਪੀਰੀਅਡ 'ਚ ਪਿਛਲੇ 2 ਮਹੀਨਿਆਂ 'ਚ ਹੀ ਸਾਰਾ ਕੁਝ। ਇਹ ਵੱਡੇ ਸ਼ੰਕੇ ਪੈਦਾ ਕਰਦੀਆਂ ਨੇ ਕਿ ਜਿਹੜਾ ਉਹਨਾਂ ਨੇ। ਹਾਂਜੀ। ਇੱਕ ਹੋਰ ਅੱਜ ਵਿਅਕਤੀ ਦੀ ਤੁਸੀਂ ਦੇਖਿਆ ਕਿ ਗ੍ਰਿਫਤਾਰੀ ਉੱਥੋਂ ਕਾਬੂ ਕੀਤਾ ਗਿਆ, ਉਹ ਵੀ ਕਹਿੰਦੇ ਥੋੜੇ ਚਿਰ ਪਹਿਲਾਂ ਹੀ ਉਹਨੇ ਅੰਮ੍ਰਿਤ ਛਕਿਆ ਸੀਗਾ, ਹਰਿਆਣੇ ਦਾ ਸੀਗਾ, ਵਿਸਾਖੀ ਮੌਕੇ ਕਹਿੰਦਾ ਅੰਮ੍ਰਿਤ ਛਕਿਆ, ਬਾਬਾ ਮਾਨ ਸਿੰਘ ਦੇ ਦਲ ਵਿੱਚ ਸ਼ਾਮਲ ਹੋਇਆ। ਫਿਰ ਉਸ ਤੋਂ ਬਾਅਦ 'ਚੋਂ ਹੁਣ ਅਸੀਂ ਦੇਖ ਰਹੇ ਹਾਂ ਕਿ ਉਹਨੂੰ ਫਿਰ ਪੁਲਿਸ ਦੇ ਹਵਾਲੇ ਕੀਤਾ ਗਿਆ। ਉਹ ਕਹਿੰਦੇ ਉੱਥੇ ਕੋਈ ਬੀੜੀ, ਉਹ ਕਹਿੰਦਾ ਕਿ ਮੇਰੇ ਉੱਤੇ ਬੀੜੀ ਦੀ ਹਵਾ ਜਿਹੜੀ ਆ, ਉਹ ਧੂੰਆਂ ਮਾਰਿਆ ਸੀ ਬੀੜੀ ਦਾ, ਤੇ ਤਾਂ ਕਰਕੇ ਮੈਂ ਇਹਦੇ ਨਾਲ ਕੁੱਟਮਾਰ ਕੀਤੀ ਹੈ। ਪਰ ਉਹ ਦੂਜਾ ਬੰਦਾ ਕਹਿੰਦਾ ਕਿ ਮੇਰੇ ਤੋਂ ਮੁਰਗੇ ਮੰਗਦਾ ਸੀ, ਇਸ ਕਰਕੇ ਇਹਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ। ਦੇਖੋ, ਜਿੱਥੋਂ ਤੱਕ ਸਵਾਲ ਹੈ, ਕੋਈ ਇਹ ਦੁੱਧ ਦੇ ਉੱਤੇ ਤਾਂ ਦੋਨੇ ਧਿਰਾਂ ਨਹੀਂ ਹੋ ਸਕਦੀਆਂ ਵੀ। ਬਾਕੀ ਮੈਂ ਇਹ ਕਹਿਣ ਨੂੰ ਤਿਆਰ ਹਾਂ ਵੀ ਮੁਰਗੇ ਮੰਗਣ ਵਾਲੀ ਗੱਲ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਬੀੜੀ ਦਾ ਧੂੰਆਂ ਮਾਰਨ ਵਾਲੀ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ, ਕਿਉਂਕਿ BJP ਨੇ ਇੰਨਾ ਘਿਰਨਾ ਫੈਲਾਈ ਹੋਈ ਹੈ। ਹੋ ਸਕਦਾ ਵੀ ਉਹ ਬੰਦੇ ਨੇ ਘਿਰਨਾ 'ਚ ਬੀੜੀ ਦਾ ਧੂੰਆਂ ਮਾਰਤਾ ਹੋਵੇ। ਇਸੇ ਤਰ੍ਹਾਂ ਹੀ ਨਿਹੰਗ ਜਿਹੜੇ ਨੇ ਇਸ ਤਰੀਕੇ ਨਾਲ, ਤੇ ਦੂਜਾ BJP ਨੇ ਇਹਨਾਂ ਪ੍ਰਤੀ, ਨਿਹੰਗਾਂ ਪ੍ਰਤੀ ਇਹ ਫੈਲਾਇਆ ਹੋਇਆ ਵੀ ਇਹਨਾਂ ਨੇ ਤਾਂ ਜੀ ਤਾਂ ਲੁਟੇਰੇ ਨੇ, ਸੋ ਇਸ ਕਰਕੇ ਕਹਾਣੀ ਬਣਾਈ ਹੋਵੇ। ਉਹਨੇ ਬਿਜਲੀ ਦਾ ਧੂੰਆਂ ਵੀ ਮਾਰਿਆ ਹੋਵੇ ਤੇ ਨਾਲ ਇਹਨਾਂ ਨੇ ਕਹਿਤਾ ਮੁਰਗੇ ਮੰਗਦਾ ਹੋਵੇ। ਦੂਜਾ ਪਾਸਾ ਵੀ ਹੋ ਸਕਦਾ। ਦੂਜਾ ਪਾਸਾ ਇਹ ਹੈ ਵੀ ਉਹ ਮੁਰਗੇ ਮੰਗਦਾ ਹੋਵੇ, ਉਹਨੇ ਦਿੱਤੇ ਨਾ ਹੋਣ, ਤੇ ਕਿਉਂਕਿ ਇਹ ਫੈਲਿਆ ਹੋਇਆ ਵੀ ਹਾਂ ਜੀ ਸਾਡੀ ਬੇਇੱਜ਼ਤੀ ਕਰਦੀ, ਬੇਅਦਬੀ ਕਰਤੀ, ਵੀ ਮੇਰੇ ਤੇ ਤਾਂ ਬਿਜਲੀ ਦਾ ਧੂੰਆਂ ਮਾਰਿਆ ਸੀ। ਇਹ ਦੋਨੇ ਪਾਸੇ ਗੱਲਾਂ ਠੀਕ ਹੋ ਸਕਦੀਆਂ ਨੇ। ਸੋ ਇਸ ਕਰਕੇ ਇਹਨੂੰ ਅੰਨ੍ਹੇਵਾਹ ਲੈਣ ਦੀ ਕੋਈ ਲੋੜ ਨਹੀਂ। ਫੈਕਟ ਇਹ ਹੈ, ਚਾਹੇ ਬੀੜੀ ਦਾ ਧੂੰਆਂ ਮਾਰਿਆ, ਚਾਹੇ ਕੁਛ ਮਾਰਿਆ, ਉਹਦੀਆਂ ਲੱਤਾਂ ਤੋੜਨ ਦਾ ਕੋਈ ਮਤਲਬ ਨਹੀਂ ਸੀ। ਫਿਰ ਇਹ ਲਾ ਕਾਨੂੰਨੀ ਹੈ। ਤੁਸੀਂ ਉਸ ਨੂੰ ਪੁਲਿਸ ਨੂੰ ਜੋ ਫੜ ਕੇ, ਤੁਸੀਂ ਇੰਨੇ ਤਕੜੇ ਹੋ ਜਿਹੜੇ ਲੱਤਾਂ ਤੋੜ ਸਕਦੇ, ਉਹਨੂੰ ਫੜ ਕੇ ਛਾਉਣੀ ਚ ਲੈ ਜਾਓ। ਫਿਰ ਇਹਨਾਂ ਦੇ ਦਲ 'ਚ ਹੀ ਜ਼ਿਆਦਾ ਐ ਸ਼ਾਮਲ ਹੋ ਰਹੇ ਨੇ ਬੰਦੇ, ਬਾਰ-ਬਾਰ, ਕਦੇ ਥੋੜ੍ਹੇ ਦਿਨਾਂ ਦੇ। ਇਹ ਇੱਕ ਪਲਾਨਡ, ਇੱਕ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ, ਕਿਉਂਕਿ ਇਹਨਾਂ ਦਾ ਪਿਛਲਾ ਇਤਿਹਾਸ ਵੀ ਇਹੀ ਹੈ, ਜਿਹੜਾ ਅਕਾਲ ਤਖ਼ਤ ਸਾਹਿਬ ਬਣਾਉਣ ਵਾਲਾ ਤੇ ਜਾਂ ਸਾਰੀ ਸਿੱਖ ਕੌਮ ਦੇ ਹਿਰਦੇ ਬਲੂੰਦਰੇ ਪਏ ਸੀ, ਉਦੋਂ ਇਹ ਦਲ ਦੇ ਤਾਂ ਮੁਖੀ ਸੀਗੇ ਜਿਹੜੇ ਉਹਨਾਂ ਨੇ ਤਾਂ ਦਲ ਨੂੰ ਨਾਲ ਲਾ ਕੇ ਉੱਥੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਾਈ ਸੀ ਨਾ। ਉਹ ਗੱਲ ਵੱਖਰੀ ਹੈ ਕਿ ਸਿੱਖਾਂ ਨੇ ਆਖਿਆ ਵੀ ਸਾਡੀ ਅਣਖ ਦਾ ਸਵਾਲ ਹੈ, ਅਸੀਂ ਨਹੀਂ ਲੈਣਾ, ਇਹ ਸਰਕਾਰ ਦਾ ਬਣਾਇਆ ਹੋਇਆ। ਉਹਨਾਂ ਨੇ ਦੁਬਾਰਾ ਇਮਾਰਤ ਆਪਣੀ ਬਣਾਈ, ਅਕਾਲ ਤਖ਼ਤ ਸਾਹਿਬ ਬਣਾਇਆ। ਉਹ ਜਿਹੜਾ ਕਹਿੰਦੇ ਸੀ ਮਲੇਛਾਂ ਦਾ ਕਹਿ ਲਓ, ਜਿਹਦਾ ਮਰਜ਼ੀ ਕਹਿ ਲਓ, ਬਣਾਇਆ ਹੋਇਆ, ਉਹ ਢਾਇਆ। ਇਹ ਗੱਲ ਸਾਨੂੰ ਸਮਝਣੀ ਪਊਗੀ। ਸੋ ਇਸ ਕਰਕੇ ਇਹ ਜਿਹੜੀ ਆ ਜੋ ਕੁਝ ਹੋ ਰਿਹਾ ਹੈ, ਇਹ ਵੀ ਤਾਂ ਹੋ ਸਕਦਾ, ਕਈ ਚਰਚਾਵਾਂ ਇਹ ਵੀ ਨੇ ਕਿ ਨਿਹੰਗਾਂ ਨੂੰ ਕਿਸਾਨੀ ਅੰਦੋਲਨ ਤੋਂ ਵੱਖ ਕਰਨ ਲਈ, ਕਿਉਂਕਿ ਕਿਤੇ ਨਾ ਕਿਤੇ ਸਰਕਾਰ ਜਾਂ ਏਜੰਸੀਆਂ ਚਾਹੁੰਦੀਆਂ ਨੇ ਕਿ ਇਹਨਾਂ ਨੂੰ ਵੱਖ ਕਰਕੇ ਅਸੀਂ ਆਪਣੇ ਤਰੀਕੇ ਨਾਲ ਕਿਸਾਨਾਂ ਨਾਲ ਨਜਿੱਠੀਏ। ਜਿਵੇਂ ਪਿੱਛੇ ਜੇ ਕਹਿੰਦੇ ਰਹੇ ਕਿ ਬੀਬੀਆਂ ਤੇ ਬੱਚਿਆਂ ਨੂੰ ਘਰ ਭੇਜ ਦਿਓ, ਅਸੀਂ ਗੱਲਬਾਤ ਕਰਾਂਗੇ। ਹੁਣ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਨਿਹੰਗਾਂ ਨਾਲ ਮੁਕਾਬਲਾ ਕਰਨਾ ਔਖਾ ਹੈ, ਇਹਨਾਂ ਨੂੰ ਪਾਸੇ ਕਰ ਦਈਏ। ਤੁਹਾਨੂੰ ਲੱਗਦਾ ਨਹੀਂ ਇਹ ਵੀ ਹੋ ਸਕਦਾ? ਨਾ, ਬਿਲਕੁਲ ਨਹੀਂ, ਬਿਲਕੁਲ ਨਹੀਂ ਲੱਗਦਾ, ਜਰਾ ਵੀ ਨਹੀਂ ਲੱਗਦਾ। ਇਹ ਸਾਨੂੰ ਭੁਲੇਖਾ ਹੀ ਤਾਂ ਬਲਕਿ ਫੈਲਾਇਆ ਜਾ ਰਿਹਾ ਹੈ ਤਾਂ ਕਿ ਪ੍ਰੈਸ਼ਰ ਬਣਾਇਆ ਜਾਵੇ ਕਿ ਸਰਕਾਰ ਭੇਜਣਾ ਚਾਹੁੰਦੀ ਹੈ, ਤੁਸੀਂ ਨਾ ਭੇਜੋ, ਉੱਥੇ ਬੈਠੇ ਰਹਿਣ। ਇਹ ਗੱਲ ਹੈ, ਕਿਉਂਕਿ ਉੱਥੇ ਰਹਿਣ ਦਾ ਏਮ ਹੈ, ਸਰਕਾਰ ਦਾ ਏਮ ਹੈ ਉੱਥੇ ਰੱਖਣਾ। ਸਰਕਾਰ ਨੇ ਉਹਨਾਂ ਨੂੰ ਦਿੱਲੀ ਵਾਲੇ ਪਾਸੇ ਬਿਠਾਇਆ। ਸਰਕਾਰ ਚਾਹੁੰਦੀ ਹੈ, ਸਰਕਾਰ ਦਾ ਉਹ ਅੱਜ ਤੱਕ, ਚਾਹੇ 26 ਜਨਵਰੀ ਦੀ ਘਟਨਾ ਲੈ ਲਓ, ਚਾਹੇ ਇਹ ਕਹਿਣ ਦੀ ਗੱਲ ਲੈ ਲਓ ਵੀ ਇਹ ਤਾਂ ਨੌਜਵਾਨਾਂ ਨੂੰ ਤੁਸੀਂ ਵਾਗਡੋਰ ਦਿਓ, ਚਾਹੇ ਕਿਸਾਨੀ ਲੀਡਰਸ਼ਿਪ ਨੂੰ ਕਮਜ਼ੋਰ ਕਹਿਣ ਦੀ ਗੱਲ ਲੈ ਲਓ, ਨਿਹੰਗਾਂ ਨੇ ਸਾਰਾ ਕੁਝ ਇਹੀ ਕਰਿਆ ਨਾ। ਜੇ ਇਹ ਸਾਰਾ ਕੁਝ ਕਰੇ ਤਾਂ ਸਰਕਾਰ ਦਾ ਪਰਪਸ ਸਰਵ ਹੁੰਦਾ। ਜਿਹੜਾ ਜੋ ਤਸੀਹੇ ਦੇ ਕੇ ਜੋ ਕੁਝ ਕਰਿਆ, ਇਹਨਾਂ ਸਰਕਾਰ ਦੀਆਂ ਤਾਂ ਬਾਛਾਂ ਖਿਲ ਗਈਆਂ। ਸਰਕਾਰ ਤਾਂ ਖੁਸ਼ ਹੈ ਵੀ ਇਹ ਹੋ ਰਿਹਾ। ਸੋ ਇਸ ਕਰਕੇ ਇਹ ਜਿਹੜਾ ਹੈ, ਇਹ ਬਾਅਦ ਦੇ ਵਿੱਚ ਫੈਲਾਇਆ ਗਿਆ ਵੀ ਸਰਕਾਰ ਸਾਨੂੰ ਭੇਜਣਾ ਚਾਹੁੰਦੀ ਸੀ, ਅਸੀਂ ਗਏ ਨਹੀਂ, ਕਿ ਸਾਡੇ ਤੋਂ ਡਰਦੀ ਹੈ ਸਰਕਾਰ।
ਤੁਹਾਡੇ ਖਿਆਲ 'ਚ ਵੀ ਭਾਰਤ ਸਰਕਾਰ ਜਿਹੜੀ ਪਾਕਿਸਤਾਨ ਵਰਗੇ ਮੁਲਕ ਤੋਂ ਨਹੀਂ ਡਰਦੀ, ਇਹਨਾਂ ਤੋਂ ਡਰ ਸਕਦੀ ਹੈ? ਐ ਨਹੀਂ ਹੁੰਦਾ, ਇਹ ਬਹੁਤ ਭੁਲੇਖਾ ਹੈ। ਡਰਦੀ ਹੈ ਸ਼ਾਂਤਮਈ ਸਲੋਗਨ ਤੋਂ, ਇਹਨਾਂ ਦੇ ਬਰਛਿਆਂ ਤੋਂ ਨਹੀਂ ਡਰਦੀ, ਇਹਨਾਂ ਦੇ ਘੋੜਿਆਂ ਤੋਂ ਨਹੀਂ ਡਰਦੀ ਸਰਕਾਰ। ਮੈਂ ਹੁਣ ਵੀ ਕਹਿਣ ਨੂੰ ਚਾਹ ਰਿਹਾ, ਸਰਕਾਰ ਡਰਦੀ ਹੈ ਕਿਉਂਕਿ ਸਰਕਾਰ ਤਾਂ ਇਹਨਾਂ ਸਾਰੀਆਂ ਅੰਦਰੋਂ ਜੜ੍ਹਾਂ ਜਾਣਦੀ ਹੁੰਦੀ ਹੈ। ਸਰਕਾਰ ਡਰਦੀ ਹੈ ਸ਼ਾਂਤਮਈ ਅੰਦੋਲਨ ਤੋਂ, ਜਿਹਦੇ ਪਿੱਛੇ ਲੋਕ ਨੇ। ਇਹਨਾਂ ਪਿੱਛੇ ਕਿੰਨੇ ਕੁ ਲੋਕ ਨੇ? ਪਹਿਲਾਂ ਜਿਵੇਂ ਜਿਹੜਾ ਉਹ ਦੂਜੇ ਭਰਵਿੱਛੂ ਸੀ, ਜਿਹੜੇ ਹੁਣ ਫਿਰ ਇਹਨਾਂ ਨਾਲ ਰਲੇ ਹੋਏ ਨੇ, ਉਹ ਵੀ ਕਹਿੰਦੇ ਸੀ ਹਮ ਤੋਂ ਜੀ ਦਿੱਲੀ ਦਾ ਹੁੱਕਾ ਪਾਣੀ ਬੰਦ ਕਰ ਦਾਂਗੇ, ਹਮ ਤੋਂ ਰੋਟੀ ਪਾਣੀ ਬੰਦ ਕਰ ਦਾਂਗੇ ਜੀ, ਹਮ ਤੋਂ ਪਾਰਲੀਮੈਂਟ ਵੱਲ ਆਪੇ ਮਾਰਚ ਕਰ ਲਾਂਗੇ। ਫਿਰ ਗਏ ਤਾਂ ਹੈ ਨਹੀਂ। ਉੱਥੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਫਿਰ ਭੱਜੇ ਕਿਉਂ? ਉੱਥੇ ਖੜ੍ਹਦੇ ਨਾ ਛਾਤੀ ਢਾਹ ਕੇ ਵੀ ਹਾਂ ਅਸੀਂ ਖੜ੍ਹੇ ਹਾਂ, ਅਸੀਂ ਚਲਾਇਆ। ਫਿਰ ਮੋਟਰਸਾਈਕਲ ਲੈ ਕੇ ਭੱਜਣ ਦੀ ਕੀ ਲੋੜ ਸੀ? ਸੋ ਆਪਾਂ ਨੂੰ ਸਮਝੀਏ, ਏਜੰਸੀਆਂ ਬਹੁਤ। ਫਿਰ ਕਹਤਾ ਵੀ ਮੈਂ ਤਾਂ ਜੀ ਪੁਲਿਸ ਦੀ ਮਦਦ ਕਰਨ ਗਿਆ ਸੀ, ਉਹ ਵੀ ਬਹਾਦਰ ਨੇ। ਸੋ ਆਪਾਂ ਨੂੰ ਇੱਕ ਗੱਲ, ਜੇ ਅੱਜ ਸਰਕਾਰ ਦਾ ਕੀ ਹੈ, ਬੀਜੇਪੀ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਉੱਤੇ ਹਮਲਾ ਕਰਿਆ ਜਾਵੇ ਕਿਸੇ ਤਰ੍ਹਾਂ। ਜਿਹੜੇ ਬੰਦੇ ਉਹਦੇ 'ਚ ਹਥਿਆਰ ਬਣ ਰਹੇ ਨੇ ਉਹ ਬਣ ਸਕਦੇ ਨੇ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਡੋਗਰੇ ਵੀ ਤਾਂ ਹਥਿਆਰ ਬਣੇ ਸੀਗੇ। ਸੋ ਆਪਾਂ ਨੂੰ ਪਤਾ ਹੀ ਹੈ ਸਾਰੀ ਕਹਾਣੀ ਦਾ। ਸੋ ਇਸ ਕਰਕੇ ਇਹ ਕਹਿਣਾ ਸਿੱਖੀ ਭੇਸ ਤਾਂ ਚੰਨਨ ਸਿੰਘ ਦਾ ਵੀ ਸੀ, ਜਿਹੜਾ ਭਗਤ ਸਿੰਘ ਹੋਰਾਂ ਦੇ ਪਿੱਛੇ ਪਿਆ ਸੀ। ਸਿੱਖੀ ਭੇਸ ਤਾਂ ਗੋਪਾਲ ਸਿੰਘ ਦਾ ਵੀ ਸੀ, ਜਿਹਨੇ ਗਦਰ ਫੇਲ ਕਰਾਇਆ ਸੀ। ਫਿਰ ਜੇ ਹਿੰਦੂ ਕਹਿੰਦੇ, ਇੱਕ ਗਦਰੀਆਂ ਦੇ ਵਿੱਚ ਹਿੰਦੂ ਰਲਿਆ ਹੋਇਆ ਸੀ ਲੀਡਰ, ਬੰਗਾਲ ਦਾ ਸੀ। ਉਹ ਬੜਾ ਆਪਣੇ ਆਪ ਨੂੰ ਉਹ ਕਰਦਾ ਸੀ ਵੀ ਮੈਂ ਤਾਂ ਹਾਂ ਹੀ ਬੜਾ ਬਹਾਦਰ। ਜਿੰਨੀਆਂ ਗੱਲਾਂ ਹੋਣੀਆਂ ਫਿਰ ਸ਼ੰਕੇ ਪੈਣ ਲੱਗੇ, ਬਾਅਦ 'ਚ ਪਤਾ ਲੱਗਿਆ ਤਾਂ ਪੁਲਿਸ ਅਫਸਰ ਹੈ, ਢੇਸ ਬਦਲ ਕੇ ਆਇਆ ਹੋਇਆ। ਸੋ ਇਸ ਕਰਕੇ ਕਿਸੇ ਦੇ ਭੇਖ ਨੂੰ ਦੇਖ ਕੇ, ਕਿਸੇ ਦੀ ਗੱਲਬਾਤ ਨੂੰ ਦੇਖ ਕੇ, ਕੋਈ ਤੁਹਾਡੀ ਚਮਚੀ ਮਾਰੇ, ਇਹਨਾਂ ਚੀਜ਼ਾਂ ਨੂੰ ਦੇਖ ਕੇ ਜੇ ਅੰਦੋਲਨ ਚੱਲਣਗੇ ਜਾਂ ਲੀਡਰਸ਼ਿਪ ਫੈਸਲੇ ਕਰੂਗੀ, ਤਾਂ ਮਤਲਬ ਲੀਡਰਸ਼ਿਪ ਨੂੰ ਪਤਾ ਹੀ ਨਹੀਂ ਅਸਲੀ ਗੱਲ ਦਾ। ਡਾਕਟਰ ਸਾਹਿਬ ਕੀ ਕੈਪਟਨ ਅਮਰਿੰਦਰ ਸਿੰਘ ਤੇ ਯਕੀਨ ਕਰਨਾ ਚਾਹੀਦਾ, ਕਿਉਂਕਿ ਚੱਲ ਰਿਹਾ ਸ਼ਾਇਦ ਅੰਦਰ ਖਾਤੇ ਕੈਪਟਨ ਸਾਹਿਬ ਨੂੰ ਵਿਚੋਲਾ ਪਾ ਕੇ ਗੱਲਬਾਤ ਅੱਗੇ ਨਾਲ ਚੜ ਜੇ? ਨਹੀਂ, ਮੈਂ ਪਹਿਲਾਂ ਪੂਰੀ ਗੱਲ ਕਰਨਾ। ਸੋ ਨਿਹੰਗਾਂ ਦੀ ਲੀਡਰਸ਼ਿਪ ਦੀ ਅੱਜ ਡਿਊਟੀ ਹੈ ਕਿ ਉਹ ਇਹ ਦੇਖਣ ਵੀ ਇਹ ਸਾਰਾ ਕੁਝ ਉਹਨਾਂ ਦੇ ਰਾਹੀਂ ਕਿਉਂ ਹੋ ਰਿਹਾ। ਜਿਹੜੇ ਉਹਨਾਂ ਦੇ ਵਿੱਚ ਐਸੇ ਹੈਗੇ ਨੇ ਜਿਹੜੇ ਸਰਕਾਰ ਦੇ ਰਾਹੀਂ, ਨਿਹੰਗਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਕਿ ਅਸੀਂ ਉਰੇ ਬੈਠੇ ਹਾਂ। ਇਹ ਕਹਿਣਾ ਵੀ ਸੰਗਤ ਫੈਸਲਾ ਕਰੂ, ਇਹੀ ਦੀਪ ਸਿੱਧੂ ਨਹੀਂ ਕਹਿੰਦੇ ਹੁੰਦੇ ਸੀ ਪਹਿਲਾਂ। ਉਦੋਂ ਸੰਗਤ ਕਿਹਨੂੰ ਕਹਿੰਦੇ ਨੇ, ਕਿਹਨੂੰ ਸੰਗਤ ਕਹਿੰਦੇ ਨੇ, ਇਹ ਦੱਸਦਾ ਦੇਣ ਨਾ। ਡੈਮੋਕ੍ਰੇਸੀ 'ਚ ਇੱਕ ਤਰੀਕਾ ਸੰਗਤ ਦੇ ਫੈਸਲੇ ਦਾ, ਰੈਫਰੈਂਡਮ, ਵੋਟਾਂ ਪਾਓ। ਇਹਨਾਂ ਕੋਲ ਹੀ ਹੈ ਇਹ, ਉੱਥੇ 500 1000 2000 ਬੰਦਾ ਇਕੱਠਾ, ਹਾਂ ਠੀਕ ਹੈ ਛੱਡ ਦੋ ਜਕਾਰੇ। ਇਹ ਕਿਹੜੀ ਗੱਲ ਹੋਈ ਹੁਣ? ਕਿਉਂਕਿ ਇਹ ਐਂ ਕਿਉਂ ਕਰਦੇ ਨੇ? ਕਿਉਂਕਿ ਰਾਜ ਸਭਾ 'ਚ ਬਿੱਲ ਪਾਸ ਕਰਨ ਵੇਲੇ ਵੀ ਭਾਵੇਂ ਬੇਸ਼ੱਕ ਮੰਗ ਕਰੀ ਗਈ ਵੋਟਾਂ ਦੀ ਡਿਵੀਜ਼ਨ ਕਰੋ, ਪਾਸ ਕਰਤਾ। ਮਰਿਆਦਾ ਤੋੜਨਾ ਇੱਕ ਸਿੱਖਿਆ ਹੋਇਆ ਇਹਨਾਂ ਨੇ। ਸੋ ਇਸ ਕਰਕੇ ਅੱਜ ਨਿਹੰਗ ਸਿੰਘਾਂ ਦੀ ਇਹ ਬਣਦੀ ਹੈ, ਉਹਨਾਂ 'ਚ ਬੰਦੇ ਚੰਗੇ ਵੀ ਨੇ, ਅੱਛੇ ਲੀਡਰ ਵੀ ਨੇ, ਉਹ ਸੇਵਾ ਵੀ ਕਰਦੇ ਨੇ। ਉਹਨਾਂ ਦਾ ਇਹ ਫਰਜ਼ ਬਣਦਾ ਇਹ ਗੱਲ ਨੂੰ ਸਾਰੀ ਨੂੰ ਆਪ ਸਪਸ਼ਟ ਕਰਨਾ ਅੰਦਰੋਂ, ਇਹ ਦੇਖਣਾ ਉਹਨਾਂ ਦਾ ਕੰਮ ਹੈ। ਇਹ ਕਿਸਾਨ ਮੋਰਚੇ ਦਾ ਕੰਮ ਨਹੀਂ। ਤੇ ਦੂਜੀ ਗੱਲ, ਉਹਨਾਂ ਦਾ ਕੰਮ ਹੋਣਾ ਚਾਹੀਦਾ ਹੈ, ਨਿਹੰਗ ਸਿੰਘਾਂ ਨੂੰ ਇਹ ਮੰਗਣਾ ਚਾਹੀਦਾ ਵੀ ਇਹਦੀ ਉੱਚ ਪੱਧਰੀ ਜਿਹੜੀ ਇਹ ਨਿਆਇਕ ਜਾਂਚ ਕਰਾਓ ਸੁਪਰੀਮ ਕੋਰਟ ਦੇ ਜੱਜ ਤੋਂ। ਜਿਹੜੇ ਘੋੜੇ, ਜਿਹੜਾ ਸਾਰਾ ਕੁਝ ਤਾਕਤ ਦਿਖਾਉਣੀ ਹੈ, ਇਸ ਗੱਲ ਤੇ ਦਿਖਾਉਣ ਕਿ ਜੀ ਇਹਦੀ ਨਿਆਇਕ ਜਾਂਚ ਕਰਾਓ। ਕਿਉਂਕਿ ਹੁਣ ਦੋਸ਼ ਲੱਗ ਗਏ। ਮੈਂ ਕਹਿੰਦਾ ਮੰਨ ਲਓ ਦੋਸ਼ ਝੂਠੇ ਨੇ, ਬਾਬਾ ਅਮਨ ਸਿੰਘ ਤੇ ਵੀ ਦੋਸ਼ ਝੂਠੇ ਨੇ, ਮੰਨ ਲਓ ਫੋਟੋਆਂ ਵੀ ਝੂਠੀਆਂ ਨੇ, ਬਣਾਈਆਂ ਗਈਆਂ ਨੇ, ਐ ਮੰਨ ਲਓ। ਫਿਰ ਤਾਂ ਨਿਆਇਕ ਜਾਂਚ ਹੋਰ ਵੀ ਜ਼ਰੂਰੀ ਹੋ ਗਈ। ਫਿਰ ਨਿਹੰਗ ਸਿੰਘ ਉਹੀ ਘੋੜੇ, ਉਹੀ ਆਪਦੀ ਤਾਕਤ ਵਰਤ ਕੇ ਕਿਉਂ ਨਹੀਂ ਕਹਿੰਦੇ? ਕਿਸਾਨ ਮੋਰਚੇ ਨੇ ਤਾਂ ਮੰਗ ਲਿਆ, ਫਿਰ ਇਹ ਮੰਗਣਾ ਮਾਰ ਰਹੇ ਨੇ ਉੱਥੇ ਧਰਨਾ ਸਰਕਾਰ ਦੇ ਕੋਲ ਜਾ ਕੇ। ਇਸ ਗੱਲ ਤੋਂ ਤਾਂ ਨਿਹੰਗਾਂ ਨੂੰ ਕੋਈ ਨਹੀਂ ਰੋਕਦਾ। ਇਹ ਮਾਰ ਰਹੇ ਨੇ ਪ੍ਰਾਈਮ ਮਿਨਿਸਟਰ ਦੀ ਕੋਠੀ ਅੱਗੇ ਧਰਨਾ ਜਾ ਕੇ ਵੀ ਨਿਆਇਕ ਜਾਂਚ ਕਰਾਓ ਜੀ, ਸਾਨੂੰ ਨਹੀਂ ਭੁਗਦਾ। ਸੁਪਰੀਮ ਕੋਰਟ 'ਚ ਬੇਨਤੀ ਕਰਦੇ ਨੇ ਕਿ ਨਿਆਇਕ ਜਾਂਚ ਕਰਾਓ ਜੀ, ਸਾਡੇ ਤੇ ਦੋਸ਼ ਝੂਠੇ ਲੱਗ ਰਹੇ ਨੇ। ਕਿਸੇ ਬੰਦੇ ਤੇ ਆਪਾਂ ਕਹਿੰਦੇ ਨਹੀਂ। ਆਮ ਪਿੰਡਾਂ 'ਚ ਜਿਹੜਾ ਗਰੀਬ ਆਦਮੀ ਕਹਿੰਦਾ ਜੀ ਮੈਂ ਨੇਮ ਚੁੱਕ ਜਾਣਾ ਗੁਰਦੁਆਰੇ ਜਾ ਕੇ, ਕਹਿੰਦੇ ਕਿ ਨਹੀਂ ਕਹਿੰਦੇ? ਕਿਉਂਕਿ ਉਹ ਤੇ ਕਹਿੰਦਾ ਮੇਰੇ ਤੇ ਅੱਬਰ ਦਾ ਦੋਸ਼ ਲੱਗ ਰਿਹਾ ਜੀ, ਮੈਂ ਦੋਸ਼ੀ ਹਾਂ ਨਹੀਂ, ਮੇਰੇ ਤੇ ਲਾਇਆ ਜਾ ਰਿਹਾ। ਹੁਣ ਨਿਹੰਗ ਸਿੰਘਾਂ ਤੇ ਦੋਸ਼ ਲੱਗ ਰਿਹਾ। ਇੱਕ ਦੋਸ਼ ਇਹ ਲੱਗ ਰਿਹਾ ਵੀ ਬੇਅਦਬੀ ਹੋਈ ਨਾ ਹੋਈ ਇਹਦਾ ਪਤਾ ਕੁਛ ਨਹੀਂ। ਦੂਜਾ ਦੋਸ਼ ਇਹ ਲੱਗ ਰਿਹਾ ਕਿ ਬੜੀ ਬਰਬਰਤਾ ਨਾਲ ਕਤਲ ਕਰਿਆ ਗਿਆ, ਜਾਣਬੁੱਝ ਕੇ ਕਰਿਆ ਗਿਆ। ਤੀਜੇ ਦੋਸ਼ ਇਹ ਲੱਗ ਰਿਹਾ ਕਿ ਸਿੰਘੂ ਬਾਰਡਰ ਤੇ ਜਾ ਕੇ ਕਿਉਂ ਟੰਗਿਆ ਗਿਆ, ਉੱਥੇ ਕਿਉਂ ਨਹੀਂ ਟੰਗਿਆ ਜਿੱਥੇ ਉਹਨੇ ਬੇਅਦਬੀ ਕਰੀ ਸੀ। ਸਜ਼ਾ ਤਾਂ ਉੱਥੇ ਦੇਈਦੀ ਹੈ ਨਾ। ਕੋਈ ਬੰਦਾ ਕਿਸੇ ਨੂੰ ਮਾਰ ਕੇ ਦੂਜੇ ਦੇ ਖੇਤ 'ਚ ਕੌਂ ਕੱਢਦੇ, ਕਹਿੰਦੇ ਨੇ ਵੀ ਕੌਂ ਮਾਰਤਾ, ਕੌਂ ਮਾਰ ਕੇ ਦੂਜੇ ਦੇ ਖੇਤ 'ਚ ਨਹੀਂ ਕੱਢਦਾ, ਉਹ ਆਪਦੇ ਖੇਤ 'ਚ ਕੱਢਦਾ ਹੈ। ਤੇ ਆਪਦੇ 'ਚ ਕਿਉਂ ਨਹੀਂ ਕੱਢਿਆ? ਫਿਰ ਆ ਹੁਣ ਇੱਕ ਹੋਰ ਹੋ ਗਈ ਘਟਨਾ, ਇਹਦੇ 'ਚ ਵੀ ਦੋਸ਼ ਦੋਨੇ ਪਾਸੇ ਲੱਗ ਰਹੇ ਨੇ। ਉਹ ਕਹਿੰਦਾ ਜੀ ਇਹ ਮੈਂ ਤੋਂ ਮੀਟ ਮੰਗਦਾ ਸੀ ਤਾਂ ਇਹਨੇ ਮੈਨੂੰ ਮਾਰਿਆ। ਉਹ ਕਹਿੰਦਾ ਮੇਰੇ ਤੇ ਬੀੜੀ ਮੂੰਹ ਦੇ ਉੱਤੇ ਧੂੰਆਂ ਮਾਰਿਆ ਤਾਂ ਮੈਂ ਇਹਦੀਆਂ ਲੱਤਾਂ ਤੋੜੀਆਂ ਨੇ। ਬੀੜੀ ਦਾ ਧੂੰਆਂ ਮਾਰਿਆ ਹੋਵੇ ਜਾਂ ਮੀਟ ਮੰਗਦਾ ਹੋਵੇ ਜਾਂ ਜੋ ਵੀ, ਲੱਤਾਂ ਤੋੜਨ ਦਾ ਕੀ ਮਤਲਬ ਹੈ ਇਹਦੇ 'ਚ? ਕਿਉਂ ਮਾਰਿਆ ਗਿਆ?
ਸੋ ਨਿਹੰਗ ਸਿੰਘਾਂ ਨੂੰ ਤਾਂ ਇਹ ਫੈਸਲਾ ਕਰਨਾ ਹੀ ਪਊਗਾ। ਉਹ ਇਹ ਗੱਲਾਂ ਕੱਲੀਆਂ ਐ ਨਹੀਂ ਚੱਲਦੀਆਂ ਹੁੰਦੀਆਂ। ਹੁਣ ਇਹ ਡੈਮੋਕ੍ਰੈਟਿਕ ਕੰਟਰੀ ਹੈ, ਇਹ 17ਵੀਂ ਸਦੀ ਦਾ ਭਾਰਤ ਨਹੀਂ ਹੈ। ਤੇ ਇਸ ਦੇ ਵਿੱਚ ਜੇ ਇੰਨਾ ਹੀ ਇਹ ਕਹਿੰਦੇ ਨੇ ਅਸੀਂ ਅਦਾਲਤਾਂ ਦਾ ਕੁਝ ਨਹੀਂ ਹੈ, ਤੇ ਫਿਰ ਪਟਿਆਲੇ ਵਾਲੀ ਅਦਾਲਤ ਨੇ ਜਿਹੜੀ ਸਜ਼ਾ ਦਿੱਤੀ ਸੀ ਪਟਿਆਲੇ ਵਾਲੇ ਕੇਸ 'ਚ, ਜਿਹੜਾ ਇਹਨਾਂ ਦਾ ਬਗੀਚੇ 'ਚ ਝਗੜਾ ਹੋਇਆ ਸੀ, ਬੰਦੇ ਮਰੇ ਸੀ, ਫਿਰ ਉਹ 20-20 ਸਾਲ 'ਚ ਗਏ ਕਿਉਂ? ਹੈਗੇ ਤਾਂ ਉਹ ਵੀ ਨੰਗੀ ਸੀਗੇ, ਅਦਾਲਤਾਂ 'ਚ ਕਿਉਂ ਕੇਸ ਭੁਗਤਿਆ ਫਿਰ, ਜੇ ਇੰਨੀ ਗੱਲ ਹੀ ਸੀ? ਸੋ ਅਸੀਂ ਅਦਾਲਤਾਂ ਤੋਂ ਉੱਤੇ ਨਹੀਂ ਹੋ ਸਕਦੇ, ਅਸੀਂ ਭਾਰਤ ਦੇ ਕਾਨੂੰਨ ਤੋਂ ਉੱਤੇ ਨਹੀਂ ਹੋ ਸਕਦੇ, ਬਲਕਿ ਅੱਜ ਨਿਹੰਗ ਸਿੰਘਾਂ ਦੀ ਡਿਊਟੀ ਬਣਦੀ ਹੈ ਕਿ ਜੀ ਸਾਡੇ ਟੱਬਰ ਦੇ ਦੋਸ਼ ਲੱਗ ਰਹੇ ਨੇ, ਅਸੀਂ ਕੋਈ ਸਰਕਾਰ ਨਾਲ ਨਹੀਂ ਮਿਲੇ ਹੋਏ, ਅਸੀਂ ਕੋਈ ਐਸਾ ਕੰਮ ਨਹੀਂ ਕਰਿਆ, ਇਹ ਸਰਕਾਰ ਦੇ ਏਜੰਟਾਂ ਨੇ ਕਰਿਆ, ਤੇ ਅਸੀਂ ਚਾਹੁੰਦੇ ਕਿ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੇ ਅੰਡਰ ਇੱਕ ਇਨਕੁਆਇਰੀ ਹੋਵੇ, ਨਿਰਪੱਖ ਜਾਂਚ ਹੋਵੇ, ਤਾਂ ਕਿ ਸਾਰੀ ਗੱਲ ਸਾਹਮਣੇ ਆਵੇ। ਆ ਚੱਕੋ ਸਾਡੇ ਫੋਨ, ਜਿਹਨੇ ਦੇਖਣ ਦੇਖੋ, ਜਿੱਥੇ ਦੇਖਣਾ ਹੈ, ਲਓ ਤਲਾਸ਼ੀ ਜਿੰਨੀ ਲੈਣੀ ਹੈ, ਕੋਈ ਇਤਰਾਜ਼ ਨਹੀਂ ਸਾਨੂੰ, ਪਰ ਅਸੀਂ ਬੇਅਦਬੀ ਨਹੀਂ ਚੱਲਾਂਗੇ। ਕਹੇ ਨੇ ਕੌਣ ਇਤਰਾਜ਼ ਕਰਦਾ ਇਸ ਗੱਲ ਦੇ ਉੱਤੇ? ਸੋ ਹੁਣ ਆ ਗਿਆ ਦੂਜੀ ਗੱਲ ਦਾ ਤੁਹਾਡਾ ਸਵਾਲ। ਦੂਜਾ ਸਵਾਲ ਇਹ ਆਇਆ ਹੈ ਕਿ ਬਈ ਕੈਪਟਨ ਸਾਹਿਬ ਕੀ ਕਰਦੇ ਨੇ? ਕੈਪਟਨ ਸਾਹਿਬ ਨੇ ਅੱਜ ਤੋਂ ਕੋਈ 8 ਮਹੀਨੇ ਪਹਿਲਾਂ ਇਹ ਕਿਹਾ ਸੀ ਵੀ ਪੰਜਾਬ ਦੇ ਹੱਕਾਂ ਤੇ ਪੂਰਾ ਵੱਡਾ ਡਾਕਾ ਮਾਰਿਆ, ਸੂਬਿਆਂ ਦੇ ਹੱਕਾਂ ਤੇ ਡਾਕਾ ਮਾਰਿਆ। ਅੱਜ ਉਹ ਕਹਿੰਦੇ ਬੀਜੇਪੀ ਸਰਕਾਰ ਨੇ ਜ਼ਿਆਦਾ ਮਾਰਿਆ, ਇਹ ਕਿਹਾ ਕੇਂਦਰ ਸਰਕਾਰ ਦੇ ਬਾਰੇ। ਤੇ ਅੱਜ ਉਹ ਕਹਿੰਦੇ ਨੇ ਮੈਂ ਤਾਂ ਕੇਂਦਰ ਸਰਕਾਰ ਨਾਲ ਸਾਂਝ ਪਾਉਣੀ ਹੈ, ਬੀਜੇਪੀ ਨਾਲ ਸਾਂਝ ਪਾਉਣੀ ਹੈ। ਸੋ ਜਿਹੜਾ ਬੰਦਾ ਪਲ 'ਚ ਮਾਸਾ ਤੇ ਪਲ 'ਚ ਰੱਤੀ, ਉਹਦੇ ਤੋਂ ਤੁਸੀਂ ਕੀ ਵਿਸ਼ਵਾਸ ਕਰ ਸਕਦੇ ਹੋ? ਜਿਹੜਾ ਬੰਦਾ ਕਦੇ ਕੋਈ ਦਲ ਬਣਾ ਲਿਆ, ਕਦੇ ਕੋਈ ਦਲ ਬਣਾ ਲਿਆ, ਕਦੇ ਕੋਈ, ਉਹ ਕਹਿੰਦਾ ਚੌਧਰ ਮੇਰੀ ਚਾਹੀਦੀ ਹੈ। ਉਹ ਕਹਿੰਦਾ ਜੋ ਮਰਜ਼ੀ ਕਰ ਲਓ, ਤੁਸੀਂ ਜਿਹਨੂੰ ਮਰਜ਼ੀ ਕੁਝ ਕਰੀ ਜਾਓ, ਮੇਰੀ ਚੌਧਰ ਚਾਹੀਦੀ ਹੈ। ਜੇ ਮੇਰੀ ਚੌਧਰ ਨਹੀਂ ਬਣਾਓਗੇ, ਮੈਂ ਬਿਲਕੁਲ ਇੱਥੇ ਉਹ ਖੇਡਣ ਨਹੀਂ ਦੇਣਾ, ਤੁਹਾਨੂੰ ਕੰਮ ਨਹੀਂ ਕਰਨ ਦੇਣਾ। ਗੱਲ ਤਾਂ ਇੰਨੀ ਹੈ। ਕੈਪਟਨ ਸਾਹਿਬ ਤਾਂ ਹੁਣ ਕੈਪਟਨ ਸਾਹਿਬ ਹੋ ਗਏ ਬਜ਼ੁਰਗ ਉਮਰ 'ਚ। ਦੂਜੀ ਗੱਲ, ਉਹਨਾਂ ਨੇ ਇਹੋ ਜਿਹੇ ਪਿੱਛੇ 4.5 ਸਾਲ 'ਚ ਕਾਰਨਾਮੇ ਕਰੇ ਨੇ, ਜਿਹੜੇ ਮੈਂ ਇੱਥੇ ਨਾ ਕਹਿਣਾ ਚਾਹੁੰਦਾ, ਨਾ ਮੈਂ ਟਾਈਮ ਇੱਥੇ ਖਰਾਬ ਕਰਨਾ ਚਾਹੁੰਦਾ। ਉਹ ਕਾਰਨਾਮੇ ਦੱਸ ਕੇ, ਦਰਸ਼ਕਾਂ ਦਾ ਟਾਈਮ ਹੈ ਇਹ, ਮੇਰਾ ਨਹੀਂ ਹੈ। ਤੇ ਉਹ ਸਭ ਨੂੰ ਪਤਾ ਹੈ, ਉਹ ਮਨੁੱਖਤਾ ਦੇ ਜਿਹੜੇ ਮਿਆਰ ਹੁੰਦੇ ਨੇ, ਉਹਨਾਂ ਮਿਆਰਾਂ ਤੋਂ ਗਿਰੇ ਹੋਏ ਕਾਰਨਾਮੇ ਸੀ। ਉਹ ਦੇਸ਼ ਭਗਤੀ ਦੇ ਤੌਰ ਤੇ ਵੀ ਗਿਰੇ ਹੋਏ ਸੀ, ਉਹ ਰਾਸ਼ਟਰਵਾਦ ਦੇ ਤੌਰ ਤੇ ਵੀ ਗਿਰੇ ਹੋਏ ਸੀ। ਜਿਹੜਾ ਇਹ ਰਾਸ਼ਟਰਵਾਦੀ ਆਪਦੇ ਆਪ ਨੂੰ ਵੱਡਾ ਕਹਾਉਂਦੇ ਨੇ, ਉਹ ਗੁਆਂਢੀ ਮੁਲਕਾਂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਵੀ ਗਿਰੇ ਹੋਏ ਸੀ। ਉਹ ਪੰਜਾਬ ਸੂਬੇ ਦੇ ਬਾਰੇ ਵੀ ਗਿਰੇ ਹੋਏ, ਉਹ ਮਨੁੱਖਤਾ ਦੇ ਤੌਰ ਤੇ ਵੀ ਗਿਰੇ ਸੀ, ਉਹ ਉੱਚੇ ਸੁੱਚੇ ਆਚਰਣ ਦੇ ਤੌਰ ਤੇ ਵੀ ਗਿਰੇ ਹੋਏ ਸੀ। ਜਿਹੜੇ ਇਹੋ ਜਿਹੇ ਕੰਮ ਨੇ, ਜਿਹੜੇ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਹੈ, ਨਾ ਪ੍ਰਸ਼ਾਸਨਿਕ ਤੌਰ ਤੇ, ਨਾ ਨਿਆਇਕ ਤੌਰ ਤੇ, ਨਾ ਮਨੁੱਖੀ ਤੌਰ ਤੇ, ਨਾ ਤੁਹਾਡੇ ਧਰਮ ਦੇ ਤੌਰ ਤੇ। ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂ ਸਜ਼ਾ ਦਿੱਤੀ ਗਈ ਸੀ? ਸੋ ਇਸ ਕਰਕੇ ਜਦ ਤੁਸੀਂ ਜਿਹੜੀ ਚੀਜ਼ਾਂ ਤੁਹਾਡੇ ਪਾਸੇ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ, ਤੁਸੀਂ ਉਹ ਤਾਂ ਕਰਦੇ ਰਹੇ ਹੋ 4 ਸਾਲ 4.5 ਸਾਲ। ਹੁਣ ਤੁਸੀਂ ਕਹਿੰਦੇ ਹੋ ਕਿਉਂਕਿ ਮੈਨੂੰ ਤਾਕਤ ਨਹੀਂ ਹੈ, ਇਸ ਕਰਕੇ ਮੈਂ ਹੁਣ ਦੂਜੇ ਨਾਲ ਜਾ ਰਿਹਾ। ਇਦੋਂ ਵੱਡੀ ਮਾੜੀ ਗੱਲ ਕੀ ਹੋਏਗੀ? ਤੁਸੀਂ ਕਹਿੰਦੇ ਹੋ ਮੈਨੂੰ ਕੈਪਟਨ ਬਣਾਓ, ਜੇ ਤੁਸੀਂ ਮੈਨੂੰ ਲੀਡਰ ਨਹੀਂ ਬਣਾਉਂਦੇ, ਮੈਂ ਦੂਜੀ ਆਪੋਜ਼ਿਟ ਟੀਮ ਨਾਲ ਜਾ ਕੇ ਰਲ ਜਾਣਾ। ਇਹਦਾ ਤਾਂ ਮਤਲਬ ਸਿੱਧਾ ਹੀ ਹੈ ਵੀ ਤੁਸੀਂ ਤਾਂ ਰੋਹ ਪਾਉਂਦੇ ਹੋ, ਤੇ ਹੁਣ ਤੁਸੀਂ ਭੁੱਲ ਗਏ ਵੀ ਹੁਣ ਤੁਹਾਡੀ ਉਹ ਤਾਕਤ ਨਹੀਂ ਰਹੀ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਕਿਸੇ ਨੇ ਨਹੀਂ ਪੁੱਛਣਾ। ਉਹ ਪੰਜਾਬੀ ਜਿਵੇਂ ਕਹਿੰਦੇ ਲੱਡੀ ਛੱਡੀ ਵਾਲੀ ਗੱਲ ਹੋ ਜਾਣੀ ਹੈ ਇਹਨਾਂ ਦੀ। ਇਹ ਜ਼ੀਰੋ, ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਹੈ ਵੀ ਕੌਣ। ਇਹ ਠੀਕ ਆ, ਉਹ ਕੋਈ ਜ਼ਮਾਨਾ ਸੀ ਜਦ ਕੋਠਿਆਂ 'ਤੇ ਖੜ੍ਹ ਕੇ ਦੇਖਦੇ ਸੀ। ਹੁਣ ਕੈਪਟਨ ਸਾਹਿਬ ਨਾ ਕਿਸੇ ਦੇ ਘਰ ਜਾ ਕੇ ਬਹਿ ਜਾਣ, ਕਹਿੰਦੇ ਉਹ ਜੀ ਤੁਸੀਂ ਜਾਓ, ਐਵੇਂ ਸਾਡੇ ਲੋਕ ਗੱਲ ਨਾ ਪੈ ਜਾਣ। ਆ ਬੀਜੇਪੀ ਵਾਲਿਆਂ ਨੂੰ ਕਰਦੇ ਨਹੀਂ, ਬੀਜੇਪੀ ਵਾਲੇ ਕਹਿੰਦੇ ਜਨਾਬ ਇੱਥੇ ਨਾ ਆਇਓ, ਐਵੇਂ ਸਾਡੇ ਲੋਕ ਗੱਲ ਪੈਣਗੇ। ਇਹ ਕੈਪਟਨ ਸਾਹਿਬ ਦੇ ਵੀ ਐਂ ਗੱਲ ਪੈਣਾ ਲੋਕਾਂ ਨੇ। ਕੈਪਟਨ ਸਾਹਿਬ ਜਦ ਜਾਣਗੇ, ਜਿਹੜਾ ਇਹਨਾਂ ਦਾ ਖਾਸੋ ਖਾਸ ਬੰਦਾ ਹੋਊ, ਉਹ ਹੱਥ ਜੋੜ ਕੇ ਕਹੂ ਵੀ ਜਨਾਬ ਚਲੇ ਜਾਓ, ਇਹ ਕਿਤੇ ਮੇਰੇ ਨਾਲ ਕੁੱਟ ਪੈ ਜੇ। ਇਹੋ ਜਿਹਾ ਹਾਲ ਹੋ ਜਾਣਾ ਕੈਪਟਨ ਸਾਹਿਬ ਦਾ। ਇਹਨਾਂ ਨੂੰ ਭੁਲੇਖਾ ਹੀ ਹੈ। ਜਿਹੜਾ ਬੰਦਾ ਅੱਜ ਬੀਜੇਪੀ ਨਾਲ ਸਾਂਝਗਾਂਢ ਕਰਨ ਨੂੰ ਤਿਆਰ ਹੈ, ਜਿਹੜੀ ਬੀਜੇਪੀ ਨੇ 700 ਕਿਸਾਨ ਸਾਡਾ ਸ਼ਹੀਦ ਹੋ ਗਿਆ, ਜਿਹੜੀ ਬੀਜੇਪੀ ਨੇ ਪੰਜਾਬ ਨੂੰ ਬੱਦੂ ਕਰਤਾ, ਜਿਹੜੀ ਬੀਜੇਪੀ ਨੇ ਪੰਜਾਬ ਦੇ ਸਿੱਖਾਂ ਨੂੰ ਬੱਦੂ ਕਰਤਾ, ਜਿਹੜੀ ਬੀਜੇਪੀ ਪੰਜਾਬ ਦੇ ਸਿੱਖਾਂ ਦਾ ਇਤਿਹਾਸ ਬਦਲਣਾ ਚਾਹੁੰਦੀ ਹੈ, ਸਿੱਖਾਂ ਦੇ ਗ੍ਰੰਥਾਂ ਨੂੰ ਬਦਲਣਾ ਚਾਹੁੰਦੀ ਹੈ, ਉਸ ਬੀਜੇਪੀ ਨੂੰ, ਜਿਹੜੀ ਬੀਜੇਪੀ ਸਿੱਖਾਂ ਨੂੰ ਹਿੰਦੂ ਕਹਿੰਦੀ ਹੈ, ਹਿੰਦੂ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ, ਤੇ ਉਸ ਬੀਜੇਪੀ ਨਾਲ ਸਮਝੌਤਾ ਕਰਦੇ ਕੈਪਟਨ ਸਾਹਿਬ, ਤੇ ਫਿਰ ਉਹਦੇ ਨਾਲ ਕੋਈ ਰਲੂਗਾ? ਕੋਈ ਨਹੀਂ ਰਲੇਗਾ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਜੇ ਇਹਨਾਂ ਨੂੰ ਬਹੁਤ ਭੁਲੇਖਾ, ਇਹਨਾਂ ਨੂੰ ਕਿਉਂ ਰਲੇਗਾ ਇਹਨਾਂ ਨਾਲ? ਉਹ ਤਾਂ ਕਹਿੰਦਾ ਵੀ ਜਾਓ ਜਾਓ, ਇੱਥੇ ਨਾ ਆਇਓ। ਇਹਨਾਂ ਨੂੰ ਇਹ ਪਤਾ ਨਹੀਂ, ਰੱਸੀਆਂ ਦੇ ਸੱਪ ਬਣ ਜਾਂਦੇ ਹੁੰਦੇ ਨੇ। ਸੋ ਕੈਪਟਨ ਸਾਹਿਬ ਦਾ ਇਹ ਜਿਹੜਾ ਪੈਂਤੜਾ ਹੈ, ਇਹ ਜੋ ਕੁਝ ਕਰ ਰਹੇ ਨੇ, ਇਹਨੂੰ ਕਿਸੇ ਨੇ ਨਹੀਂ ਪੁੱਛਣਾ। ਕੈਪਟਨ ਸਾਹਿਬ ਦਾ ਇੱਕ ਗੱਲ ਹੈ, ਗੁਰੂ ਗ੍ਰੰਥ ਸਾਹਿਬ 'ਚ ਇੱਕ ਲਿਖਿਆ ਹੈ, 70 ਕਾ ਮਤਹੀਨ 80 ਕਾ ਵਿਹੌਰ ਨਾ ਪਾਵੇ। ਪੜ੍ਹਿਆ ਹੋਊਗਾ ਤੁਸੀਂ ਜ਼ਰੂਰ, ਹੈ? ਤੇ ਉਹ ਹੀ ਹੈ ਇਹਨਾਂ ਦਾ 70 80 ਦਾ, ਜੋ ਕਹਿੰਦੇ ਨਹੀਂ 70 72 ਹੋ ਗਿਆ।
ਤੋ ਹੁਣ ਚਲੋ 80-82 ਕਹਿ ਲਓ। ਸੋ ਕੈਪਟਨ ਸਾਹਿਬ ਦਾ ਹੁਣ ਨਾ ਤਾਂ ਉਹ ਉਮਰ ਰਹੀ ਹੈ, ਨਾ ਉਹਨਾਂ ਦਾ ਉਹ ਮੋਰਲ ਪ੍ਰੈਸ਼ਰ ਰਿਹਾ, ਨਾ ਉਹਨਾਂ ਦਾ ਉਹ ਪੋਲੀਟੀਕਲ ਪ੍ਰੈਸ਼ਰ ਰਿਹਾ। ਹੁਣ ਤਾਂ ਉਹ ਮੇਲੇ ਦੇ ਵਿੱਚ ਏਦਾਂ ਜਿਵੇਂ ਘੁੰਮਦੇ ਹੁੰਦੇ ਨੇ, ਕੋਈ ਕੋਸ਼ਿਸ਼ ਕਰਦੇ ਨੇ ਮੇਰੀ ਸੁਣ ਲਓ, ਉਹ ਮੂੰਹ ਦੂਜੇ ਪਾਸੇ ਕਰਨ ਵਾਲੇ ਲੋਕ ਜ਼ਿਆਦਾ ਨੇ, ਇਹਨਾਂ ਵੱਲ ਮੂੰਹ ਕਰਨ ਵਾਲੇ ਘੱਟ ਨੇ ਵੀ ਜਿਹੜੀ ਇਹਨਾਂ ਦੀ ਗੱਲ ਸੁਣ ਵੀ ਲੈਣ। ਸੋ ਇਹ ਕੈਪਟਨ ਸਾਹਿਬ ਦਾ ਲੇਖਾ। ਸਵਾਲ ਤਾਂ ਕਿਸਾਨਾਂ ਤੇ ਜਿਹੜਾ ਰਾਜੇਵਾਲ ਸਾਹਿਬ ਉਹਨਾਂ ਨੇ ਮੂੰਹ ਮਿੱਠਾ ਕਰਾਇਆ ਸੀ ਇਹਨਾਂ ਦਾ ਗੰਨੇ ਦੇ ਭਾਅ ਨੂੰ ਲੈ ਕੇ, ਉਹਨੂੰ ਉੱਠ ਰਹੇ ਨੇ ਕਿ ਕਿਸਾਨ ਹੁਣ ਕਿੱਦਾਂ ਲੈਣਗੇ। ਜੇ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਇਸ ਮਾਮਲੇ ਦੇ ਵਿੱਚ ਕੇਂਦਰ ਨਾਲ ਗੱਲ ਕਰਕੇ ਕਿਸੇ ਵੀ ਢੰਗ ਦੇ ਨਾਲ ਖੇਤੀ ਕਾਨੂੰਨ ਰੱਦ ਕਰਵਾਉਣਾ ਜਾਂ ਕਿਸੇ ਵੀ ਢੰਗ ਨਾਲ ਪੁਲ ਬਣ ਕੇ ਕੰਮ ਕਰਨਗੇ, ਤਾਂ ਫਿਰ ਕਿਸਾਨਾਂ ਨੂੰ ਵੀ ਤਾਂ ਥੋੜਾ ਜਿਹਾ ਕਿਸਾਨ ਲੀਡਰਾਂ ਨੂੰ ਵੀ ਸਮਝਣਾ ਪੈਣਾ ਕਿ ਕੈਪਟਨ ਸਾਹਿਬ ਨਾਲ ਨਜ਼ਦੀਕੀਆਂ ਕਿਵੇਂ ਭਾਰੂ ਪੈ ਸਕਦੀਆਂ। ਦੇਖੋ, ਜਿੱਥੋਂ ਤੱਕ ਸਵਾਲ ਹੈ, ਜਿਹੜਾ ਰਾਜੇਵਾਲ ਸਾਹਿਬ ਨੇ ਮੂੰਹ ਮਿੱਠਾ ਕਰਾਇਆ ਸੀ ਉਹ ਗਲਤ ਕਰਾਇਆ ਸੀ, ਨਹੀਂ ਕਰਾਉਣਾ ਚਾਹੀਦਾ ਸੀ, ਕਿਉਂਕਿ ਕਿਸਾਨਾਂ ਦਾ ਅਸਲੀ ਮਸਲਾ ਤਾਂ ਗੰਨੇ ਦਾ ਵੀ ਹੱਲ ਨਹੀਂ ਹੋਇਆ ਸੀ। ਜਿਹੜਾ ਗੰਨੇ ਦਾ ਮਸਲਾ ਦੋ ਚੀਜ਼ਾਂ ਸੀ ਨਾ, ਇੱਕ ਭਾਅ ਵਧਾਉਣਾ, ਇੱਕ ਜਿਹੜਾ ਬਕਾਇਆ ਪਿਆ ਸੀ 200-300 ਕਰੋੜ ਦਾ ਉਹ ਵੀ ਤਾਂ ਲੈਣਾ ਸੀ ਨਾ। ਉਹ ਮਸਲਾ ਨਹੀਂ ਹੱਲ ਹੋਇਆ ਸੀ ਉਸ ਤਰੀਕੇ ਨਾਲ। ਦੂਜੀ ਗੱਲ, ਜੇ ਹੱਲ ਵੀ ਹੋ ਗਿਆ, ਤੁਸੀਂ ਧਰਨੇ ਮਾਰ ਕੇ ਤੁਸੀਂ ਇੰਨੇ ਉਹ ਕਰਕੇ ਫਿਰ ਮੂੰਹ ਮਿੱਠਾ ਕਰਾਉਣ ਦੀ ਕੀ ਗੱਲ ਹੈ। ਤੁਸੀਂ ਉਂਝ ਕਹਿ ਦਿਓ ਚਲੋ ਜੀ ਕੋਈ ਨਹੀਂ, ਤੁਸੀਂ ਮੰਨ ਲਿਆ, ਠੀਕ ਹੈ। ਅਸੀਂ 20 ਵਾਰੀ ਸਾਡੇ ਸਰਕਾਰ ਨਾਲ, ਮੈਂ ਆਪਦੀ ਐਸੋਸੀਏਸ਼ਨ ਦਾ ਲੀਡਰ ਰਿਹਾ ਡਾਕਟਰਾਂ ਦੀ ਦਾ, ਅਸੀਂ ਤਾਂ ਕੋਈ ਐ ਮਿੱਠੇ ਮੂੰਹ ਨਹੀਂ ਕਰਾਏ ਜਾਂ ਐ ਮਠਿਆਈਆਂ ਨਹੀਂ ਖਿਲਾਈਆਂ। ਪਬਲਿਕਲੀ ਸਮਝੌਤੇ ਵੀ ਹੋਏ ਨੇ, ਪਬਲਿਕਲੀ ਉਹਨਾਂ ਨੇ ਸਾਡੀਆਂ ਗੱਲਾਂ ਵੀ ਮੰਨੀਆਂ ਨੇ, ਸਾਡੀਆਂ ਗੱਲਾਂ ਮੰਨ ਕੇ ਉਹਨੂੰ ਲਾਗੂ ਵੀ ਕਰਿਆ। ਪਹਿਲਾਂ ਤਾਂ ਅਸੀਂ ਇਹ ਕਹਿੰਦੇ ਸੀ ਵੀ ਦੇਖੋ ਜੀ ਮੀਟਿੰਗ ਹੋ ਗਈ ਹੈ, ਜਦ ਤੁਸੀਂ ਚਿੱਠੀ ਕੱਢ ਕੇ ਇਹਨੂੰ ਲਾਗੂ ਕਰ ਦੋਗੇ, ਚਿੱਠੀ ਕੱਢਣਾ ਵੀ, ਚਿੱਠੀ ਵੀ ਕੱਢਤੀ, ਲਾਗੂ ਫੇਰ ਨਾ ਕਰਿਆ। ਜਿੱਦਾਂ ਚਿੱਠੀ ਲਾਗੂ ਕਰ ਦੇਂਗੇ ਪਹਿਲਾਂ ਤਾਂ ਅਸੀਂ ਉਦੋਂ ਮੰਨਾਂਗੇ ਵੀ ਤੁਸੀਂ ਲਾਗੂ ਕਰਤਾ। ਫੇਰ ਜਦ ਕਰਤਾ, ਜੋ ਕਹਿੰਦੇ ਦੇਖੋ ਅਸੀਂ ਲਾਗੂ ਕਰੇ, ਅਸੀਂ ਕਹਿੰਦਾ ਕੋਈ ਨਹੀਂ ਜੀ, ਅਸੀਂ ਇਸ ਗੱਲ ਵਾਸਤੇ ਤੁਹਾਡੇ ਧੰਨਵਾਦੀ ਹਾਂ ਵੀ ਤੁਸੀਂ ਲਾਗੂ ਕਰੇ, ਬਸ ਹੋਰ ਕੀ ਹੁੰਦਾ। ਅਸੀਂ ਲੜ ਕੇ ਲਿਆ, ਜਿਹੜੀ ਚੀਜ਼ ਅਸੀਂ ਲੜ ਕੇ ਲਈ ਆ ਉਹ ਅਸੀਂ ਉਹਨੂੰ ਮਿੱਠਾ ਮੂੰਹ ਕਰਾ ਕੇ ਉਹਦੇ ਐ ਸਟੇਜ 'ਤੇ, ਉਹ ਗਲਤ ਸੀ ਕਾਰਵਾਈ ਮੇਰੇ ਹਿਸਾਬ ਨਾਲ। ਮੈਂ ਉਦੋਂ ਵੀ ਕ੍ਰਿਟੀਸਾਈਜ਼ ਕਰਿਆ ਸੀ ਵੀ ਇੱਦਾਂ ਨਹੀਂ ਕਰੀਦਾ ਹੁੰਦਾ। ਮੈਂ ਅਸੀਂ ਵੀ ਲੀਡਰ ਹਾਂ, ਅਸੀਂ ਤਾਂ ਕਦੇ ਨਹੀਂ ਇੱਦਾਂ ਮੂੰਹ ਮਿੱਠੇ ਕਰਾਉਂਦੇ। ਇਹ ਗੱਲ ਵੱਖਰੀ ਹੈ ਕਿ ਲੀਡਰ ਦਾ ਉਹ ਮਿੱਠਾ, ਕੋਈ ਬੰਦਾ ਵਰਤ 'ਤੇ ਬੈਠਾ, ਉਹਨੂੰ ਕੋਈ ਲੀਡਰ ਆ ਕੇ ਉਹਦਾ ਵਰਤ ਚਲਾਉਂਦਾ, ਹੋਰ ਗੱਲ ਹੈ। ਪਰ ਜੇ ਕੋਈ ਸਮਝੌਤਾ ਹੋਇਆ ਉਹਦੇ 'ਚ ਮੂੰਹ ਮਿੱਠੇ ਕਰਾਉਣ ਵਾਲੀ ਕਿਹੜੀ ਗੱਲ ਹੈ। ਉਹ ਤਾਂ ਲੜ ਕੇ ਲਿਆ। ਇਸ ਤਰ੍ਹਾਂ ਹੀ ਇੱਥੇ ਹੈ, ਕਿਸਾਨ ਲੀਡਰਸ਼ਿਪ ਨੂੰ ਬਿਲਕੁਲ ਚੇਤਨ ਰਹਿਣਾ ਪਊ। ਬੀਜੇਪੀ ਕਾਨੂੰਨ ਐਦਾਂ, ਪਹਿਲੀ ਗੱਲ ਤਾਂ ਕੈਪਟਨ ਸਾਹਿਬ ਦੀ ਖਾਮ ਖਿਆਲੀ ਹੈ ਵੀ ਕੈਪਟਨ ਸਾਹਿਬ ਕਾਨੂੰਨ ਵਾਪਸ ਕਰਾ ਦੇਣਗੇ। ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਕੈਪਟਨ ਸਾਹਿਬ ਨੂੰ। ਇਹ ਐਵੇਂ ਨਾ ਉਹ ਅਸਮਾਨ ਵੱਲ ਵੀ, ਅਸਮਾਨ ਮੈਂ ਥੰਮਿਆ ਹੋਇਆ, ਉਹ ਭੁਲੇਖਾ ਇਹਨਾਂ ਨੂੰ, ਇਹ ਜਿਹੜਾ ਰੋਜ਼ ਕਹਿਣਾ ਹੈ। ਦੂਜੀ ਗੱਲ, ਜੇ ਮੰਨ ਲਓ ਖੁਦਾ ਨਖਾਸਤਾ ਇਹ ਕਾਨੂੰਨ ਬੀਜੇਪੀ ਇਹ ਲਾਲਚ 'ਚ ਵੀ ਸ਼ਾਇਦ ਕੈਪਟਨ ਸਾਡਾ ਚਿਹਰਾ ਬਣ ਗਿਆ, ਅਸੀਂ ਇਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਹੁਣ ਅਸੀਂ ਕਿਸਾਨੀ ਦੀ ਵੋਟ ਲੈ ਲਾਂਗੇ। ਦੂਜੀ ਗੱਲ, ਕਿਸਾਨੀ ਦੀ ਵੋਟ ਵੀ ਨਹੀਂ ਆਉਣੀ। ਇਹ ਵੀ ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਜਿੰਨਾ ਮਰਜ਼ੀ ਇਹ ਕਾਨੂੰਨ ਵਾਪਸ ਲੈਣ, ਕਿਉਂਕਿ ਕਾਨੂੰਨ ਤਸੀਹੇ ਛੱਡ ਕੇ, ਸ਼ਹੀਦੀਆਂ ਦੇ ਕੇ, ਊਜਾਂ ਚੱਲ ਕੇ, ਲਖੀਮਪੁਰ ਖੀਰੀ ਦੇ ਜਿਹੜੇ ਬੰਦੇ ਦਰੜ ਕੇ ਮਾਰੇ ਗਏ ਨੇ, ਉਹਨਾਂ ਨੂੰ ਕੈਪਟਨ ਵਾਪਸ ਕਿਵੇਂ ਲਿਆਊ? ਉਹਨਾਂ ਨੂੰ ਲੀਡਰਸ਼ਿਪ ਕਿਵੇਂ ਵਾਪਸ ਲਿਆਊਗੀ ਜੇ ਲੀਡਰਸ਼ਿਪ ਕੈਪਟਨ ਦੇ ਗੱਲ 'ਚ ਹਾਰ ਪਾਉਂਦੀ ਹੈ? ਜੇ ਲੀਡਰਸ਼ਿਪ ਦਾ ਇਹੀ ਹੈ ਵੀ ਕਾਨੂੰਨ ਵਾਪਸ ਕਰਾ ਕੇ ਜਿਹੜੇ ਬੰਦੇ ਨੇ ਤੁਹਾਡੇ ਇੰਨੇ ਬੰਦੇ ਕਤਲ ਕਰਾਏ ਨੇ ਉਹਨੂੰ ਬੱਲੇ ਬੱਲੇ ਕਰਨੀ ਹੈ, ਸੰਧੀ ਕਰਨਾ ਹੋਰ ਗੱਲ ਹੁੰਦੀ ਹੈ, ਬੱਲੇ ਬੱਲੇ ਕਰਨੀ ਹੋਰ ਗੱਲ ਹੁੰਦੀ ਹੈ। ਦੋਵਾਂ 'ਚ ਫਰਕ ਹੈ। ਸੰਧੀ ਹੋ ਸਕਦੀ ਹੈ ਸਰਕਾਰ ਨਾਲ ਵੀ ਠੀਕ ਹੈ, ਤੁਸੀਂ ਕਾਨੂੰਨ ਵਾਪਸ ਲੈ ਲਏ, ਅਸੀਂ ਚੱਲਿਆ, ਤੇ ਬਾਕੀ ਗੱਲਾਂ ਦਾ ਆਪਾਂ ਬਾਅਦ 'ਚ ਫੈਸਲਾ ਕਰ ਲਾਂਗੇ। ਇੱਕ ਦੋ ਜਿਹੜੀ ਛੋਟੀ ਮੋਟੀ ਰਹਿ ਗਈ, MSP ਤੁਸੀਂ ਦੇਤੀ, ਕਾਨੂੰਨ ਵਾਪਸ ਲੈ ਲਏ, ਇਹ ਠੀਕ ਹੈ, ਬਾਕੀ ਗੱਲਾਂ ਤੇ ਆਪਾਂ ਕਰ ਲੈਂਦੇ ਹਾਂ, ਠੀਕ ਹੈ, ਜਾਂ ਇੱਕ ਅੱਧੀ ਛੋਟੀ ਮੋਟੀ ਗੱਲ ਹੈ ਜੀ। ਪਰ ਇਹ ਕਰਨਾ ਕਿ ਕਿਉਂਕਿ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਫਿਰ ਉਹਨਾਂ ਕੋਲ ਵੀ ਇਹ ਰੱਬ ਬਣ ਗਏ, ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ। ਮੈਂ ਤਾਂ ਕਦੀ ਨਹੀਂ ਦੇਖਿਆ ਵੀ ਜਦ ਇੱਕ ਬੰਦੇ ਦੀ ਡਿਊਟੀ ਆ, ਉਹਨੇ ਡਿਊਟੀ ਨਿਭਾਤੀ, ਜੇ ਤਾਂ ਉਹਨੇ ਥੋੜੇ ਬਿਨਾਂ ਐਜੀਟੇਟ ਕਰੇ ਨਿਭਾਈ ਹੈ ਫਿਰ ਤਾਂ ਚਲੋ ਆਪਾਂ ਧੰਨਵਾਦ ਵੀ ਕਰ ਦਿੰਦੇ ਹਾਂ। ਜੇ ਐਜੀਟੇਟ ਕਰੇ ਤੋਂ ਨਿਭਾਈ ਹੈ ਤੇ ਬੱਕਰੀ ਨੇ ਦੁੱਧ ਦਿੱਤਾ ਮਿੰਗਣਾ ਘੋਲ ਕੇ, ਤੇ ਫਿਰ ਉਹਦਾ ਧੰਨਵਾਦ ਦਾ ਕੀ ਮਤਲਬ ਹੈ? ਫਿਰ ਤਾਂ ਬਲਕਿ ਸਰਕਾਰ ਨੂੰ ਜਾਂ ਕਿਸਾਨ ਲੀਡਰਸ਼ਿਪ ਨੂੰ ਸੋਚਣਾ ਪੈਣਾ ਚਾਹੀਦਾ ਹੈ, ਇੱਟੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਮੋਦੀ ਨੂੰ ਤਾਂ ਦਰਦ ਹੀ ਨਹੀਂ ਆਇਆ, ਮੋਦੀ ਤਾਂ ਕਹਿੰਦਾ ਸਾਡੇ ਕੋਲ ਕੋਈ ਕਿਉਂ ਨਹੀਂ। ਇਹਨਾਂ ਦਾ ਬੀਜੇਪੀ ਦਾ ਵਕਤ ਆ 5-4 ਦਿਨ ਪਹਿਲਾਂ ਕਹਿ ਰਿਹਾ ਸੀ, ਕਹਿੰਦਾ ਅਸੀਂ ਤਾਂ ਉਹਨਾਂ ਨੂੰ ਸ਼ਹੀਦ ਹੀ ਨਹੀਂ ਮੰਨਦੇ ਕਿਸਾਨਾਂ ਨੂੰ, ਜਿਹੜੇ ਉੱਥੇ ਜਿਨ੍ਹਾਂ ਦੀ ਉਹ ਜੱਥੇ ਦੇ ਵਿੱਚ ਹੋਈ ਆ 650 ਕਿਸਾਨ ਨੂੰ। ਉਹ 650 ਕਿਸਾਨ ਨੂੰ ਇੱਕ ਬੰਦਾ ਜਿਹੜਾ ਵਪਾਰੀ ਹੈ, ਜਿਹੜਾ ਵਪਾਰ ਕਰਦਾ ਇਹਨਾਂ ਦਾ, ਜਿਹੜਾ ਇਹਨਾਂ ਦੇ ਆਪਦਾ ਇੱਕ ਸ਼ਾਇਦ ਮੀਡੀਆ ਹਾਊਸ ਵਗੈਰਾ ਜੋ ਵੀ ਹੈ, ਜਿਹੜਾ ਇੱਕ ਆਪਦਾ ਪ੍ਰਾਈਵੇਟ ਕੰਮ ਵੀ ਕਰਦਾ, ਵਧੀਆ ਚੱਲ ਕਰਨਾ ਵੀ ਚਾਹੀਦਾ, ਪਰ ਪਤਾ ਨਹੀਂ ਉਹਦੇ 'ਚ ਗਾਹਾਂ ਦੀ ਗਾਹਾਂ ਕਿੰਨਾ ਕੀ ਹੋਵੇ। ਜਿਹੜੇ ਬੰਦੇ ਇਹ ਕਹਿੰਦੇ ਨੇ ਅਸੀਂ ਬੀਜੇਪੀ ਦੇ ਵੀ, ਇਹ ਤਾਂ ਅਸੀਂ ਇਸ ਨੂੰ ਮੰਨਦੇ ਹੀ ਨਹੀਂ ਵੀ ਇਹ ਕਿਸਾਨ ਸ਼ਹੀਦ ਨੇ, ਤੇ ਫਿਰ ਉਹਨਾਂ ਨਾਲ ਤੁਸੀਂ ਸਾਂਝ ਪਾਓਗੇ?
ਇਹਨਾਂ ਤਾਂ ਯਾਰ ਗਰੀਬ ਤੋਂ ਗਰੀਬ ਆਦਮੀ ਨਹੀਂ ਪਾਉਂਦਾ, ਭੁੱਖਾ ਮਰਦਾ ਨਹੀਂ ਪਾਉਂਦਾ। ਉਹ ਕਹਿੰਦਾ ਕੋਈ ਗੱਲ ਨਹੀਂ ਯਾਰ, ਹੁਣ ਇੰਨੇ ਸ਼ਹੀਦ ਹੋ ਗਏ, ਜਿੱਥੇ ਕੱਟੀਆਂ ਦਾ ਲੇਖਾ ਉੱਥੇ ਬੱਚੀਆਂ ਦਾ ਲੇਖਾ। ਤੁਹਾਡੇ ਖਿਆਲ 'ਚ ਕਿਸਾਨ ਲੀਡਰਸ਼ਿਪ ਇਹ ਕਰ ਲੂਗੀ? ਮੇਰੇ ਖਿਆਲ 'ਚ ਨਹੀਂ ਕਰੇਗੀ। ਬਹੁਤ ਸਿਆਣੀ ਹੈ ਕਿਸਾਨ ਲੀਡਰਸ਼ਿਪ, ਪਰ ਜੇ ਕਰਦੀ ਹੈ, ਰਾਜੇਵਾਲ ਸਾਹਿਬ ਵੀ ਉੱਥੇ ਪਤਾ ਨਹੀਂ ਕਿਵੇਂ ਕਰਕੇ ਮੌਕੇ ਤੇ ਉਦੋਂ, ਜੇ ਇਕੱਠੀ ਲੀਡਰਸ਼ਿਪ ਹੁੰਦੀ ਫੇਰ ਨਹੀਂ ਹੋਣਾ ਸੀ ਇਹ। ਪਰ ਜੇ ਲੀਡਰਸ਼ਿਪ ਇਹੋ ਜਿਹਾ ਕੁਝ ਕਰਦੀ ਹੈ, ਮੰਨ ਲਓ 1%, ਮੈਨੂੰ ਨਹੀਂ ਆਸ ਵੀ ਉਹ ਕਰੇਗੀ, ਤੇ ਫਿਰ ਲੀਡਰਸ਼ਿਪ ਆਈਸੋਲੇਟ ਹੋਏਗੀ। ਫਿਰ ਲੀਡਰਸ਼ਿਪ ਤੇ ਉਹੀ ਸਾਰੇ ਦੋਸ਼ ਲੱਗਣਗੇ ਜਿਹੜੇ ਹੁਣ ਦੂਜਿਆਂ ਤੇ ਲੱਗਦੇ ਨੇ। ਤੁਸੀਂ ਇੰਨੀਆਂ ਸ਼ਹੀਦੀਆਂ ਕਰਾ ਕੇ ਤੁਸੀਂ ਜਿੱਤ ਪ੍ਰਾਪਤ ਕਰਦੇ, ਆਪਦੇ ਡੰਕੇ ਵਜਾਉਂਦੇ ਆ ਸਕਦੇ ਹੋ ਵੀ ਕੋਈ ਗੱਲ ਨਹੀਂ, ਚਾਹੇ ਸ਼ਹੀਦੀਆਂ ਦਿੱਤੀਆਂ ਸੀ, ਜੰਗ ਜਿੱਤ ਕੇ ਆਇਆ, ਇਹ ਤਾਂ ਮੰਨਣ ਵਾਲੀ ਗੱਲ ਹੈ। ਤੁਸੀਂ ਜਿਹੜਾ ਤੁਹਾਡਾ ਦੁਸ਼ਮਣ ਹੈ, ਜਿਹਨੇ ਦੁਸ਼ਮਣੀ ਕੱਢੀ ਹੈ ਤੁਹਾਡੇ ਨਾਲ, ਨਜਾਇਜ਼ ਤਰੀਕੇ ਨਾਲ ਕੱਢੀ ਹੈ, ਤੁਹਾਡੀ ਪਿੱਠ 'ਚ ਛੁਰਾ ਘੋਪਿਆ, ਉਹਨੂੰ ਤੁਸੀਂ ਡੱਡੂ ਖਿਲਾਓਗੇ, ਉਹਦੇ ਗਲ 'ਚ ਹਾਰ ਪਾਓਗੇ, ਉਹਨੂੰ ਮੁੜ ਕੇ ਆਪਦਾ ਰਾਜਾ ਬਣਾਓਗੇ। ਕਮਾਲ ਹੈ ਯਾਰ, ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ, ਇਹ ਸੰਭਵ ਹੀ ਨਹੀਂ ਹੈ। ਮੇਰਾ ਆਖਰੀ ਸਵਾਲ ਹੈ, ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਵੀਡੀਓ ਜਿਹੜੀ ਹੈ ਜਨਤਕ ਕੀਤੀ ਕੈਪਟਨ ਸਾਹਿਬ ਹੋਰਾਂ ਦੀ ਪੁਰਾਣੀ, ਜਦੋਂ ਅੰਬਾਨੀਆਂ ਬਾਰੇ ਗੱਲ ਕਰਦੇ ਆਏ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਮੈਂ ਲੈ ਕੇ ਆ ਰਿਹਾ, ਪੰਜਾਬ ਦੇ ਵਿੱਚ ਖੇਤੀ ਦਾ ਸਾਰਾ ਉਹ ਤੁਸੀਂ ਇੱਥੋਂ ਬੀਜੋ ਕਹਿੰਦੇ, ਤੇ ਜਿਵੇਂ ਉਹ ਖੇਤੀ ਜਿਹੜੀ ਉਹਨਾਂ ਨੇ ਕਾਰਪੋਰੇਟ ਦੇ ਹੱਥਾਂ ਵਿੱਚ ਦੇਣ ਵਾਲੀ ਗੱਲ ਕਹਿੰਦੇ ਕੈਪਟਨ ਸਾਹਿਬ ਲੈ ਕੇ, ਉਹ ਸਾਫ਼ ਉਹਦੇ ਵਿੱਚ ਕੈਪਟਨ ਸਾਹਿਬ ਬੋਲ ਰਹੇ ਨੇ ਕਿ ਮੁਕੇਸ਼ ਅੰਬਾਨੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ। ਨਹੀਂ, ਉਹ ਨਵਜੋਤ ਸਿੱਧੂ ਕਰੇ ਨਾ ਕਰੇ ਜਾਰੀ, ਕੈਪਟਨ ਸਾਹਿਬ ਨੇ ਤਾਂ ਬੜੇ ਜਦੋਂ ਸੀਐਮ ਸੀਗੇ, ਜਾਂਦੇ ਸੀ ਜਦ ਇਹਨਾਂ ਦੇ ਪੈਰ ਖਿੱਚੇ ਜਾ ਰਹੇ ਸੀ, ਹੁਣ ਤੂੰ ਛੱਡ ਦੇ ਇਹ ਕੁਰਸੀ, ਇਹਨੂੰ ਉਦੋਂ ਕਹਿੰਦਾ ਸੀ ਕਿਸਾਨਾਂ ਨੂੰ ਵੀ ਇੱਥੇ ਪੰਜਾਬ ਦਾ ਵਿਕਾਸ ਰੁਕਦਾ ਆ, ਤੁਸੀਂ ਜਿਹੜੇ ਟੋਲ ਪਲਾਜ਼ੇ ਘਿਰੇ ਹੋਏ ਨੇ, ਜਿਹੜੇ ਪੈਟਰੋਲ ਪੰਪ ਘਿਰੇ ਹੋਏ ਨੇ, ਬਣਾਵਾਲੀ ਦਾ ਪਲਾਂਟ ਘਿਰਿਆ ਹੋਇਆ, ਜਿਹੜੇ ਤੁਸੀਂ ਇਹ ਸਾਈਲੋ ਘਿਰੇ ਹੋਏ ਨੇ, ਇਹ ਖਾਲੀ ਕਰ ਦਿਓ। ਕੈਪਟਨ ਸਾਹਿਬ ਨੇ ਤਾਂ ਉਦੋਂ ਹੀ ਕਹਿਤਾ ਸੀ, ਉਹ ਸਾਰੇ ਅੰਬਾਨੀਆਂ ਅਡਾਨੀਆਂ ਦੀ ਸੀ, ਸੜਕ ਤਾਂ ਉਹਨਾਂ ਨੇ ਕੋਈ ਊਂ ਤਾਂ ਘੇਰੀ ਨਹੀਂ ਹੋਈ, ਜਿੰਨੇ ਟੋਲ ਪਲਾਜ਼ੇ ਨੇ ਉੱਥੋਂ ਦੀ ਰਸਤਾ ਥੋੜ੍ਹਾ ਰੋਕਿਆ ਹੋਇਆ ਕਿਸੇ ਦਾ। ਸੋ ਜੇ ਨੁਕਸਾਨ ਉਹਦੇ 'ਚ ਹੋ ਰਿਹਾ, ਉਹ ਤਾਂ ਅੰਬਾਨੀਆਂ ਅਡਾਨੀਆਂ ਨੂੰ ਹੋ ਰਿਹਾ। ਤੇ ਕੈਪਟਨ ਸਾਹਿਬ ਦਾ ਤਾਂ ਇੱਥੇ ਸੀਐਮ ਹੁੰਦੇ ਹੋਏ ਏਜ, ਉਹ ਨਵਜੋਤ ਸਿੱਧੂ ਉਹਦੀ ਜੋ ਮਰਜ਼ੀ ਜਾਰੀ ਕਰੀ ਜਾਵੇ, ਉਹ ਤਾਂ ਆਪ ਹੀ ਕੈਪਟਨ ਸਾਹਿਬ ਕਹਿ ਗਏ। ਨਵਜੋਤ ਸਿੱਧੂ ਦਾ ਦੋਸ਼ ਲਾ ਦੇਣਗੇ ਵੀ ਤਾਂ ਉਹਦਾ ਵਿਰੋਧੀ ਹੈ, ਮੰਨ ਲਿਆ, ਪਰ ਜਿਹੜਾ ਕੈਪਟਨ ਸਾਹਿਬ ਨੇ ਆਪ ਬਿਆਨ ਦਿੱਤਾ ਹੈ ਕਿ ਪੰਜਾਬ ਦਾ ਵਿਕਾਸ ਰੁਕ ਰਿਹਾ, ਜਿਹੜੇ ਤੁਸੀਂ ਧਰਨੇ ਮੁਜ਼ਾਹਰੇ ਕਰ ਰਹੇ ਹੋਗੇ, ਜਿਹੜੇ ਟੋਲ ਪਲਾਜ਼ੇ ਘੇਰੇ ਨੇ ਖਾਲੀ ਕਰ ਦਿਓ, ਇਹ ਤਾਂ ਪਬਲਿਕ 'ਚ ਹੈ ਨਾ। ਤੇ ਫਿਰ ਉਹ ਕਿਹਦੇ ਨੇ ਟੋਲ ਪਲਾਜ਼ੇ ਘੇਰੇ ਹੋਏ? ਅੰਬਾਨੀਆਂ ਅਡਾਨੀਆਂ ਦੇ ਨੇ ਨਾ। ਸੋ ਉਹ ਤਾਂ ਅੰਬਾਨੀਆਂ ਅਡਾਨੀਆਂ ਦਾ ਦੋਸਤ ਹੈ ਹੀ ਹੈ, ਇਹ 'ਚ ਕੋਈ ਦੋ ਰਾਏ ਹੀ ਨਹੀਂ ਹੈ। ਉਹ ਤਾਂ ਲੋਕਾਂ ਦੇ ਪ੍ਰੈਸ਼ਰ ਥੱਲੇ ਉਹਨੇ ਕਰਿਆ ਜੋ ਕੁਝ ਕਰਿਆ ਮਾੜਾ ਮੋਟਾ, ਤੇ ਉਹ ਐਂ ਨਹੀਂ ਹੈ ਵੀ ਉਹ ਅੰਬਾਨੀਆਂ ਦੇ ਨੇ। ਹੁਣ ਜਿਵੇਂ ਆਪਾਂ ਅਕਾਲੀ ਦਲ ਨੇ ਵਜ਼ੀਰੀ ਮਜਬੂਰੀ 'ਚ ਛੱਡੀ ਹੈ, ਹੁਣ ਤਾਂ ਉਹ ਕਿਸਾਨਾਂ ਨਾਲ ਰੋਜ਼ ਪੰਗੇ ਲੈਣ ਨੂੰ ਵੀ ਤਿਆਰ ਹੈ। ਅਕਾਲੀ ਦਲ ਨੂੰ ਪਤਾ ਲੱਗ ਗਿਆ, ਇਹ ਠੀਕ ਹੈ ਵੀ ਹਰਿਆਣੇ ਨਾਲ ਉਹ ਚੰਗੇ ਰਹੇ, ਹਰਿਆਣੇ ਦਾ JVPR ਤਾਂ ਅਜੇ ਵੀ ਨਹੀਂ ਛੱਡ ਰਿਹਾ, ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਕਿਉਂਕਿ ਜ਼ਿਆਦਾ ਹੀ ਚਿਬੜੇ ਹੋਏ ਆ। ਅਕਾਲੀ ਦਲ ਵਾਲੇ ਇੰਨੇ ਸਿਆਣੇ ਨੇ, ਸਿਆਸੀ ਤੌਰ ਤੇ ਵੀ ਸਿਆਣੇ ਵੀ, ਯਾਰ ਇਹਦਾ ਬੜਾ ਨੁਕਸਾਨ ਹੈ, ਆਪਾਂ ਇਹ ਨਾ ਕਰੀਏ, ਆਪਾਂ ਛੱਡ ਦਿਓ, ਕੋਈ ਗੱਲ ਨਹੀਂ, ਦੇਖੀ ਜਾਓ। ਅੰਦਰੋਂ ਤਾਂ ਲੋਕ ਅਜੇ ਵੀ ਦੋਸ਼ ਲਾ ਰਹੇ ਨੇ ਵੀ ਰਲੇ ਹੋਏ ਨੇ, ਕਿਸਾਨਾਂ ਨੂੰ ਰੋਜ਼ ਚੈਲੰਜ ਕਰਦੇ ਨੇ, ਦੋਸ਼ ਤਾਂ ਲੱਗ ਹੀ ਰਹੇ ਨੇ। ਸੋ ਇਸ ਕਰਕੇ ਇਹ ਜਿਹੜੀ ਗੱਲ ਹੈ ਕੈਪਟਨ ਸਾਹਿਬ ਦੇ ਬਾਰੇ, ਇਹ ਸਮਝਣਾ, ਜਾਂ ਕੋਈ ਨਵਜੋਤ ਸਿੱਧੂ ਨੇ ਕੋਈ ਜਾਰੀ ਕਰਤੀ ਹੋਵੇ ਵੀਡੀਓ ਜਾਂ ਜੋ ਵੀ, ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਕੈਪਟਨ ਸਾਹਿਬ ਹੈ ਹੀ ਅੰਬਾਨੀਆਂ ਅਡਾਨੀਆਂ ਦੇ, ਉਹ ਆਪ ਹੀ ਆਪਦੇ ਕਰਮਾਂ 'ਚੋਂ ਸਬੂਤ ਦੇਗੇ, ਉਹ ਕੋਈ ਐ ਨਹੀਂ ਹੈ ਵੀ ਕਿਸੇ ਹੋਰ ਨੂੰ ਦੱਸਣ ਦੀ ਲੋੜ ਹੈ। ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਸੋ ਮੇਰੇ ਨਾਲ ਮੌਜੂਦ ਤੁਹਾਨੂੰ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਵੱਡੀਆਂ ਖਬਰਾਂ ਉੱਤੇ ਚਰਚਾ ਕੀਤੀ ਹੈ। ਸੁਪਰੀਮ ਕੋਰਟ ਨੇ ਕੀ ਟਿੱਪਣੀ ਕੀਤੀ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੈਣਾ ਚਾਹੀਦਾ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ।